स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਸਥਾਨਕ ਸਰਕਾਰਾਂ ਦੀਆਂ ਚੋਣ ਨਤੀਜੇ ਆ ਚੁੱਕੇ ਨੇ ਔਰ ਚੋਣ ਨਤੀਜੇ ਜਿਵੇਂ ਵਿਰੋਧੀ ਧਿਰਾਂ ਪਹਿਲਾਂ ਹੀ ਕਹਿ ਰਹੀਆਂ ਸੀਗੀਆਂ ਲਗਭਗ ਉਵੇਂ ਦੇ ਹੀ ਚੋਣ ਨਤੀਜੇ ਆਏ ਨੇ। 8 ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀ ਜਿਨ੍ਹਾਂ ਦੇ ਵਿੱਚੋਂ 7 ਦੇ ਨਤੀਜੇ ਆ ਜਾਏ ਨੇ ਤੇ 108 ਨਗਰ ਕੌਂਸਲਰ ਦੇ ਵੀ ਨਤੀਜੇ ਆਏ ਨੇ ਜਿਹਦੇ ਵਿੱਚ ਕਲੀਨ ਸਵੀਪ ਵੱਡੀ ਜਿੱਤ ਜਿਹੜੀ ਹੈ ਉਹ ਕਾਂਗਰਸ ਨੂੰ ਮਿਲੀ ਹੈ, ਸੱਤਾਧਾਰੀ ਧਿਰ ਨੂੰ ਮਿਲੀ ਹੈ। ਸੱਤੇ ਦੀਆਂ ਸੱਤੇ ਨਗਰ ਨਿਗਮਾਂ सत्ताधारी धिर जित्ती है, कांग्रेस पार्टी जित्ती है। उस तो बाद बाकी पार्टियां का नंबर आया जिन्होंने विच अकाली दल होवे, आम आदमी पार्टी होवे, बीजेपी होवे या आज़ाद उम्मीदवार ने भी वड्डी बाजी मारी है। वड्डे तौर पर आज़ाद उम्मीदवार भी जिते ने। तुहानूं आंकड़े दिखाने हैं, आंकड़े तो बाद आपां डिबेट शुरू करांगे, चर्चा शुरू करांगे कि की कुछ रहा अज पूरे पंजाब दे विच। पंजाब दीआं 7 नगर निगमां दे चोण नतीजे सब तो पहलां तुहानूं दस रहे हैं। सारियां नगर निगमां ते हुक्मरान धिर कांग्रेस का कब्जा रहा। सब तो पहला बठिंडा के 50 ਦੇ ਵਿੱਚੋਂ 43 ਵਾਰਡਾਂ ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਪਠਾਨਕੋਟ ਦੇ ਵਿੱਚੋਂ 50 ਦੇ ਵਿੱਚੋਂ 37 ਵਾਰਡਾਂ ਤੇ ਕਾਂਗਰਸ ਦਾ ਕਬਜ਼ਾ ਰਿਹਾ। ਅਬੋਹਰ ਦੇ 50 ਦੇ ਵਿੱਚੋਂ 49 ਵਾਰਡਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਕਪੂਰਥਲਾ ਦੇ 50 ਦੇ ਵਿੱਚੋਂ 42 ਵਾਰਡਾਂ ਦੇ ਵਿੱਚ ਜੇਤੂ ਰਹੀ ਹੈ ਕਾਂਗਰਸ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਦੇ ਵਿੱਚੋਂ 41 ਵਾਰਡਾਂ ਦੇ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਬਟਾਲਾ ਦੇ ਵਿੱਚ ਕਾਂਗਰਸ ਨੇ 36 ਸੀਟਾਂ ਤੇ ਦਰਜ ਜਿੱਤ ਹਾਸਲ ਕੀਤੀ ਹੈ। ਔਰ ਖਾਸ ਤੌਰ ਤੇ ਜਿਹੜੇ ਨਿਗਮ ਨੇ ਬੜੀਆਂ ਨਜ਼ਰਾਂ ਸੀਗੀਆਂ। ਹਾਲਾਂਕਿ ਵਿਰੋਧੀ ਤਰ੍ਹਾਂ ਪਹਿਲਾਂ ਹੀ ਕਹਿ ਰਹੀਆਂ ਸੀ ਕਿ ਬੜਾ ਧੱਕੇਸ਼ਾਹੀ ਹੋਈ ਹੈ, ਇਸ ਕਰਕੇ ਸਾਨੂੰ ਨਹੀਂ ਲੱਗਦਾ ਕੋਈ ਆਸ ਉਮੀਦ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਕਿ ਜਿੱਥੇ ਵਿਰੋਧੀ ਪਾਰਟੀਆਂ ਜਿੱਤੀਆਂ ਨੇ ਫਿਰ ਉਹਦਾ ਜਵਾਬ ਕੀ ਵਿਰੋਧੀ ਪਾਰਟੀਆਂ ਦੇਣਗੀਆਂ, ਅੱਜ ਆਪਾਂ ਜ਼ਰੂਰ ਲਾਂਗੇ। ਤੁਹਾਨੂੰ ਕੁਝ ਇੰਟਰਸਟਿੰਗ ਨਤੀਜੇ ਵੀ ਦਿਖਾਉਂਦੇ ਹਾਂ ਕਿ ਉਹ ਚੋਣ ਨਤੀਜੇ ਬੜੇ ਹੈਰਾਨ ਕਰਨ ਵਾਲੇ ਸੀਗੇ ਜਿਸ ਦੇ ਵਿੱਚ ਮੌਜੂਦਾ ਵਿਧਾਇਕਾਂ ਨੂੰ ਵੀ ਹਾਰ ਮਿਲੀ ਹੈ। ਮੋਗਾ ਤੋਂ ਕਾਂਗਰਸੀ ਐਮਐਲਏ ਡਾਕਟਰ ਹਰਜੀਤ ਕਮਲ ਦੀ ਪਤਨੀ ਡਾਕਟਰ ਜਿੰਦਰ ਕੌਰ ਨੂੰ ਹਾਰ ਮਿਲੀ ਹੈ। ਮੋਗਾ ਤੋਂ ਐਮਐਲਏ ਸੀ। ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਇਹਨਾਂ ਨੂੰ ਹਰਾਇਆ। ਇਸੇ ਤਰ੍ਹਾਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਹੋਰਾਂ ਨੂੰ ਵੀ ਵੱਡਾ ਝਟਕਾ ਲੱਗਿਆ। ਉਹਨਾਂ ਦੇ ਭਰਾ ਸੁਖਵੰਤ ਸਿੰਘ ਸੁੱਖਾ ਨੂੰ करारी शिकस्त मिली है। खरड़ के वार्ड नंबर 24 तो उन्होंने आप दे उम्मीदवार ने हराया, आम आदमी पार्टी के उम्मीदवार ने हराया। इस तरह हुशियारपुर तो भाजपा को भी एक वड्डा झटका लग्या। भाजपा आगू तीक्ष्ण सूद की पत्नी भी हार गए ने। इस तरह डेरा बस्सी तो अकाली दल के विधायक NK शर्मा को एक कामयाबी मिली है। विधायक के दोवें भरावां नूं जित मिली है। वार्ड नंबर 18 तो धर्मिंदर शर्मा जेतू रहे ने ते वार्ड नंबर 22 तो यादविंदर शर्मा ने जित हासिल की है। इंटरस्टिंग फैक्ट्स ने जिहड़े अज दीआं चोणां दे विच देखण नूं मिले ने चोण नतीजिਆਂ दे विच। साडे नाल खास मेहमान मौजूद ने। अनिल सरीन साहब मौजूद ने, सूबा सकत्तर ने पंजाब बीजेपी के। सुरजीत सिंह स्वैत साहब बुलार ने पंजाब कांग्रेस से। गोविंदर मित्तल साहब बुलार ने आम आदमी पार्टी के। चरणजीत सिंह फकरसर साहब सीनियर आगू ने श्रोमणी अकाली दल के बुलारा ने। साधु सिंह बराड़ साहब सीनियर पत्रकार ने। बहुत बहुत स्वागत है सारे मेहमानों का। स्वैत साहब शुरुआत तुहाडे तो करते हैं और तुहानूं वधाई भी दिंदे हां कि 7 नगर निगमां ते तुसीं जित हासिल की और ਵੱਡੇ ਪੱਧਰ ਤੇ ਕਲੀਨ ਸਵੀਪ ਰਹੀ ਹੈ। ਇਸ ਦੇ ਪਿੱਛੇ ਕਾਰਨ ਕੀ ਮੰਨਦੇ ਹੋ? ਵਿਰੋਧੀ ਧਿਰ ਤਾਂ ਮੰਨ ਰਹੇ ਨੇ ਕਿ ਇਹ ਧੱਕਾ ਚੱਲਿਆ ਤੇ ਧੱਕਾ ਚਲਾ ਲਿਆ ਤੁਸੀਂ। ਇਹ ਵਧਾਈ ਜੀ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਲੋਕਾਂ ਦਾ ਜਿਹੜਾ ਫਤਵਾ ਹੈਗਾ ਇਹਨੂੰ ਅਸੀਂ ਸੈਲੂਟ ਕਰਦੇ ਹਾਂ। ਤੇ ਮੈਂ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਇਹ ਜਿਹੜੀ ਜਿੱਤ ਹੈਗੀ ਹੈ ਇਹ ਮੈਂ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਜਿਹੜਾ ਪੂਰੇ ਦੇਸ਼ ਦਾ ਖਾਸ ਕਰ ਪੰਜਾਬ ਜਿਹਨੂੰ ਲੀਡ ਕਰ ਰਿਹਾ ਮੈਂ ਤਾਂ ਇਹ ਸਾਰੀ ਜਿੱਤ ਉਹਨਾਂ ਨੂੰ ਵਕਫ ਕਰਨ ਦੀ ਕੋਸ਼ਿਸ਼ ਕਰਾਂਗਾ, ਉਹਨਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬ ਨੇ ਬਹੁਤ ਵੱਡੇ ਇੱਕ ਬੁਲੰਦ ਆਵਾਜ਼ ਦੇ ਵਿੱਚ ਮੋਦੀ ਦੀ ਸਰਕਾਰ ਨੂੰ ਇੱਕ ਸੰਦੇਸ਼ ਇੱਕ ਸੁਨੇਹਾ ਦਿੱਤਾ ਹੈਗਾ ਕਿ ਤੁਸੀਂ ਲੋਕਾਂ ਨਾਲ ਧੱਕਾ ਨਾ ਕਰੋ, ਕਿਸਾਨਾਂ ਨਾਲ ਧੱਕਾ ਨਾ ਕਰੋ, ਮਜ਼ਦੂਰਾਂ ਗਰੀਬਾਂ ਨਾਲ ਧੱਕਾ ਨਾ ਕਰੋ, ਉਹਨਾਂ ਦੀ ਆਵਾਜ਼ ਸੁਣੋ। ਉਹਨਾਂ ਨੇ ਮਨ ਕੀ ਬਾਤ ਕੀ ਹੈ, ਉਹਨਾਂ ਦੇ ਮਨ ਕੀ ਬਾਤ ਨੂੰ ਸੁਣਿਆ ਜਾਵੇ। ਉਹਨਾਂ ਦੇ ਜਿਹੜੇ ਤਿੰਨੇ ਕਾਨੂੰਨ ਕਾਲੇ ਵਾਪਸ ਕੀਤੇ ਜਾਣ ਤਾਂ ਕਿ ਆਪਣੇ ਬੱਚੇ ਬਜ਼ੁਰਗ ਸਾਰੇ ਭੈਣ ਭਰਾ ਆਪਦੇ ਘਰੇ ਆਉਣ, ਆਪਦੀ ਖੇਤੀ ਕਰਨ। ਸਭ ਤੋਂ ਪਹਿਲਾ ਸੰਦੇਸ਼ ਮੈਂ ਹਰਪ੍ਰੀਤ ਜੀ ਉਹਨਾਂ ਨੂੰ ਇਹ ਲੋਕਾਂ ਦੀ ਜਿਹੜੀ ਹੈਗੀ ਉਹਨੂੰ ਵਧਾਈ ਦਿੰਦਾ, ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਸੰਦੇਸ਼ ਦਿੱਤਾ ਹੈ। ਦੇਖੋ ਦੂਜਾ ਜੀ ਮੈਂ ਤੁਹਾਡੇ ਚੈਨਲ ਤੇ ਸ਼ਾਇਦ ਕਿਹਾ ਸੀਗਾ ਜੀ ਕਿ ਮੈਂ ਕਾਂਗਰਸ ਵਾਸਤੇ ਵੋਟ ਨਹੀਂ ਮੰਗ ਰਿਹਾ, ਮੈਂ ਮੰਗ ਰਿਹਾ ਕਿ ਮੋਦੀ ਨੂੰ ਸੰਦੇਸ਼ ਦਿਓ, ਭਾਜਪਾ ਨੂੰ ਵੋਟ ਨਾ ਪਾਓ। ਦੂਜਾ ਤੁਸੀਂ ਆਪਦੇ ਦਿਲ ਦੀ ਆਵਾਜ਼ ਸੁਣੋ, ਉਹ ਆਵਾਜ਼ ਸੁਣ ਕੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ। ਅੱਛਾ ਸਵੈਤ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਦਿਲ ਦੀ ਆਵਾਜ਼ ਸੁਣ ਕੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ ਤੇ ਦਿਲ ਦੀ ਆਵਾਜ਼ ਸੁਣ ਕੇ ਉਹਨਾਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਈ? ਬਿਲਕੁਲ ਜੀ ਬਿਲਕੁਲ। ਜੇ ਬੀਜੇਪੀ ਨੂੰ ਵੋਟ ਨਹੀਂ ਪਾਈ ਬਾਕੀ ਪਾਰਟੀਆਂ ਨੂੰ ਵੀ ਦਿਲ ਦੀ ਆਵਾਜ਼ ਸੁਣ ਕੇ ਨਹੀਂ ਪਾਈ। ਲੋਕਾਂ ਨੇ ਦੋ ਗੱਲਾਂ ਕੀਤੀਆਂ ਨੇ। ਇੱਕ ਤਾਂ ਸਾਬਤ ਕਰਤਾ ਕਿ ਭਾਜਪਾ ਦਾ ਸੂਫੜਾ ਸਾਫ਼ ਹੈਗਾ, ਉਹ ਧੱਕੇ ਦੇ ਖਿਲਾਫ ਆਵਾਜ਼ ਉਠਾਈ ਹੈ। ਦੂਜਾ ਉਹਨਾਂ ਨੇ ਕਿਹਾ
ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਜੋ ਸਾਰੀ ਪਾਰਟੀਆਂ ਦੀ ਪੋਜੀਸ਼ਨ ਹੈਗੀ ਹੈ, ਸਥਿਤੀ ਹੈਗੀ ਹੈ, ਉਹਨਾਂ ਦੀਆਂ ਪਾਲਿਸੀਜ਼ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ ਦੀ ਜੋ ਨੁਮਾਇੰਦਗੀ ਵਧੀਆ ਢੰਗ ਨਾਲ ਕਰ ਸਕਦਾ ਹੈਗਾ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਪਾਰਟੀ ਕਰ ਸਕਦੀ ਹੈ। ਅੱਛਾ ਜਿੱਥੇ ਚਲੋ ਮੈਂ ਮੰਨ ਲਈ ਤੁਹਾਡੀ ਗੱਲ, ਮੈਂ ਮੰਨ ਲਈ ਸੈਦ ਸਾਹਿਬ ਸੁਣ ਲਓ ਨਾ, ਸੁਣੋ ਮੰਨ ਲਈ ਤੁਹਾਡੀ ਗੱਲ, ਜ਼ਿੰਮੇਵਾਰੀ ਮੈਂ ਮੰਨ ਲਈ ਤੁਹਾਡੀ ਗੱਲ। ਤੁਸੀਂ ਬੜੀ ਬਿਹਤਰੀਨ ਪਾਰਟੀ ਹੋ, ਤੁਸੀਂ ਬਿਹਤਰੀਨ ਕੰਮ ਕਰ ਰਹੇ ਹੋ, ਇਸੇ ਕਰਕੇ ਤੁਹਾਨੂੰ ਉਹਨਾਂ ਨੇ ਨੁਮਾਇੰਦਗੀ ਦੇ ਦਿੱਤੀ ਹੈ। ਤੇ ਇਹ ਵੀ ਦੱਸ ਦਿਓ ਕਿ ਜਿੱਥੇ ਜਿੱਥੇ ਹੁਣ ਕਾਂਗਰਸ ਹਾਰੀ ਹੈ ਤਾਂ ਤੁਹਾਡੀ ਲੀਡਰਸ਼ਿਪ ਉੱਥੋਂ ਰਿਜ਼ਾਈਨ ਕਰ ਦੇਗੀ? ਉਹ ਕਾਬਲ ਨਹੀਂ ਹੈ ਲੀਡਰਸ਼ਿਪ? ਜਿੱਥੋਂ ਕਾਂਗਰਸ ਹਾਰੀ ਹੈ ਉੱਥੇ ਵਿਰੋਧੀ ਧਿਰਾਂ ਜ਼ਿਆਦਾ ਕਾਮਯਾਬ ਰਹਿਣਗੀਆਂ? ਇਹ ਲੋਕਤੰਤਰ ਦੀ ਖੂਬਸੂਰਤੀ ਹੈ। ਇਹ ਵੀ ਦੋ ਗੱਲਾਂ ਜਵਾਬ ਦੇ ਰਹੀ ਹੈ। ਜਿਹੜੀਆਂ ਵਿਰੋਧੀ ਪਾਰਟੀਆਂ ਹੱਲਾ ਬੱਲਾ ਕਰ ਰਹੀਆਂ ਨੇ ਕਿ ਧੱਕਾ ਹੋਇਆ, ਆ ਹੋਇਆ, ਵਾਹ ਹੋਇਆ, ਉਹਦਾ ਜਵਾਬ ਹੈਗਾ ਅਗਰ ਧੱਕਾ ਹੋਇਆ ਹੁੰਦਾ ਤਾਂ ਸਾਡਾ ਐਮਐਲਏ ਹਰਜੋਤ ਕਮਲ ਦੀ ਘਰਵਾਲੀ ਨਾ ਹਾਰੀ ਹੁੰਦੀ। ਅਗਰ ਧੱਕਾ ਹੁੰਦਾ ਤਾਂ ਚੰਨੀ ਮੰਤਰੀ ਦਾ ਭਰਾ ਨਾ ਹਾਰਿਆ ਹੁੰਦਾ। ਅਗਰ ਧੱਕਾ ਹੋਇਆ ਹੁੰਦਾ ਜੋਗਾ ਤੋਂ 13 ਸੀਟਾਂ ਚੋਂ 12 ਸੀਟਾਂ ਸੀਪੀਆਈ ਨੇ ਜਿੱਤੀਆਂ ਨੇ, ਉਹਨਾਂ ਜਿੱਤੀਆਂ ਹੁੰਦੀਆਂ। ਅਗਰ ਧੱਕਾ ਹੁੰਦਾ ਹੋਇਆ ਡੇਰਾਬੱਸੀ ਤੋਂ ਹੁੰਦਾ ਹੋਇਆ ਤਾਂ ਡੇਰਾਬੱਸੀ ਤੋਂ ਐਮਐਲਏ ਐਨਕੇ ਸ਼ਰਮਾ ਜਿਹੜਾ ਹੈਗਾ ਉਹਦੇ ਦੋ ਭਰਾ ਨਾ ਜਿੱਤਦੇ। ਠੀਕ ਹੈ। ਸੋ ਇਹ ਸਾਰੀਆਂ ਗੱਲਾਂ ਇਹ ਸ਼ੋਅ ਕਰਦੀਆਂ ਨੇ। ਇਸੇ ਤਰ੍ਹਾਂ ਮਜੀਠਾ ਅਗਰ ਅਸੀਂ ਧੱਕਾ ਕਰਦੇ ਤਾਂ ਮਜੀਠਾ 'ਚ ਕਰਦੇ। ਬਿਕਰਮਜੀਤ ਮਜੀਠੇ ਨੂੰ ਉੱਥੋਂ ਹਰਾਉਣਾ ਸੀ ਤੇ ਬੰਦਿਆਂ ਨੂੰ, ਉੱਥੇ ਉਹ ਮੈਜੋਰਟੀ ਲੈ ਕੇ ਗਏ ਨੇ ਜੰਡਿਆਲਾ ਉੱਥੇ ਵਿੱਚ ਮਜੀਠੇ। ਚਲੋ ਮੈਂ ਆ ਜਾਂਦਾ ਨਾ ਇੱਕ ਕਰਕੇ, ਇੱਕ ਮਿੰਟ ਆਇਆ ਆ ਗਿਆ ਸਰੀਨ ਸਾਹਿਬ। ਚਲੋ ਪਹਿਲਾਂ ਮੈਂ ਜਵਾਬ, ਸਰੀਨ ਸਾਹਿਬ ਇਹ ਕਹਿੰਦੇ ਨੇ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਸੁਣਾ ਦਿੱਤਾ ਹੈ। ਬੀਜੇਪੀ ਨੂੰ ਕਿਹਾ ਜਾਂਦਾ ਸੀ ਕਿ ਅਰਬਨ ਪਾਰਟੀ ਹੈ, ਸ਼ਹਿਰੀ ਜਿਹੜੇ ਨੇ ਉਹ ਬੀਜੇਪੀ ਦੇ ਹੱਕ ਦੇ ਵਿੱਚ ਭੁਗਤਦੇ ਨੇ ਔਰ ਸ਼ਹਿਰੀਆਂ ਨੂੰ ਕਿਸਾਨੀ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਸ ਕਰਕੇ ਬੀਜੇਪੀ ਕਹਿੰਦੀ ਸੀ ਕਿ ਵੋਟ ਖੁੱਲ ਕੇ ਪਏਗੀ। ਇੱਥੇ ਸੁਪੜਾ ਸਾਫ਼ ਹੋ ਗਿਆ। ਨਹੀਂ ਉੱਥੇ ਲਿਖੋ ਮੁੱਖ ਹਰਪ੍ਰੀਤ ਜੀ, ਜਿਸ ਤਰੀਕੇ ਨਾਲ ਇਹ ਚੋਣਾਂ ਹੋਈਆਂ ਨੇ ਆਪਾਂ ਇਹਨਾਂ ਨੂੰ ਚੋਣਾਂ ਕਹਿ ਸਕਦੇ ਹਾਂ। ਤੁਹਾਡੇ ਹੀ ਚੈਨਲ ਨੇ ਜੀ ਸਾਰਾ ਦਿਨ ਦਿਖਾਇਆ ਕਿ ਕਿਵੇਂ ਬੂਥ ਲੁੱਟੇ ਗਏ, ਕਿਵੇਂ ਤਸ਼ੱਦਦ ਹੋਈ, ਔਰ ਜਿੱਥੇ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਔਰ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਨੋਮੀਨੇਸ਼ਨ ਫਾਈਲ ਕਰਨ ਤੋਂ ਰੋਕਿਆ ਗਿਆ ਔਰ ਬਹੁਤ ਸਾਰੇ ਸਾਡੇ ਪੇਪਰ ਰਿਜੈਕਟ ਕੀਤੇ ਗਏ ਔਰ ਫਿਰ ਜਿਹੜੇ ਸਾਡੇ ਕੈਂਡੀਡੇਟਸ ਖੜੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਵੈ ਸਾਨੂੰ ਕੰਪੇਨ ਕਰਨ ਤੋਂ ਵੀ ਰੋਕਿਆ ਗਿਆ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਵੈ ਇੱਥੇ ਦੀ ਜਿਹੜੀ ਆਪਣੀ ਵਰਤਮਾਨ ਸਰਕਾਰ ਹੈਗੀ ਹੈ, ਇਹ ਇਹਨਾਂ ਦੇ ਵਰਕਰ ਕਿਸਾਨਾਂ ਦੇ ਝੰਡੇ ਲੈ ਕੇ ਪ੍ਰਦਰਸ਼ਨ ਕਰਦੇ ਰਹੇ ਔਰ ਸਾਡੇ ਕੈਂਡੀਡੇਟਸ ਨੂੰ ਕੰਪੇਨ ਕਰਨ ਤੋਂ ਰੋਕਦੇ ਗਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਜੇ ਕਹੀਏ ਕਿ ਚੋਣਾਂ ਨਿਰਪੱਖ ਹੋਈਆਂ ਨੇ ਤੇ ਮੈਂ ਨਹੀਂ ਸਮਝਦਾ ਕਿ ਇਸ ਨੂੰ ਕੋਈ ਵੀ ਜਿਹੜੇ ਬਾਕੀ ਵੀ ਬੁਲਾਰੇ ਬੈਠੇ ਨੇ ਉਹ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਚੋਣਾਂ ਲੁੱਟੀਆਂ ਗਈਆਂ ਨੇ। ਕੋਈ ਲੋਕਤੰਤਰ ਦੀ ਵੋਟ ਦਾ ਅਧਿਕਾਰ ਜਿਹੜਾ ਲੋਕਾਂ ਨੂੰ ਮਿਲਿਆ ਸੀਗਾ ਜੀ ਉਹਦਾ ਇਸਤੇਮਾਲ ਨਹੀਂ ਕਰਨ ਦਿੱਤਾ ਗਿਆ। ਧੱਕੇਸ਼ਾਹੀ ਹੋਈ ਹੈ। ਮਤਲਬ ਇੱਥੇ ਤੱਕ ਅਬੋਹਰ ਚ ਦੇਖੋ, ਤੁਸੀਂ ਅੰਦਾਜ਼ਾ ਲਾਓ, ਇਹਨੂੰ ਲੋਕਮਤ ਕਹਾਂਗੇ। ਅਬੋਹਰ ਚ 50 ਚੋਂ 49 ਸੀਟਾਂ ਇੱਕ ਪਾਰਟੀ ਨੂੰ ਮਿਲ ਜਾਣ, ਇਹ ਲੋਕਤੰਤਰ ਹੈ। 50 ਚੋਂ 42 ਸੀਟਾਂ ਕਪੂਰਥਲਾ ਦੇ ਰਹੇ ਹੋ ਤੁਸੀਂ, ਬਠਿੰਡੇ ਚ 50 ਚੋਂ 43 ਦੇ ਰਹੇ ਹੋ। ਔਰ ਫਿਰ ਹੋਰ ਦੇਖੋ ਜ਼ੀਰੇ ਚ ਜੋ ਹੋਇਆ ਸਾਰਿਆਂ ਨੇ ਦੇਖਿਆ, 17 ਕਾਂਗਰਸ ਦੇ ਖਾਤੇ 'ਚ ਚਲੇ ਗਈਆਂ। ਰਾਏਕੋਟ ਚ 15 ਦੇ 15 ਸੀਟਾਂ ਕਾਂਗਰਸ ਦੇ ਖਾਤੇ 'ਚ, ਗੁਰਦਾਸਪੁਰ ਚ 29 ਦੇ 29 ਖਾਤੇ 'ਚ, ਗੁਰੂ ਸਾਹਿਬ 13 ਦੇ 13 ਕਾਂਗਰਸ ਦੇ ਖਾਤੇ 'ਚ, ਦੀਨਾਨਗਰ 15 ਚੋਂ 14 ਉਹਨਾਂ ਦੇ ਖਾਤੇ 'ਚ, ਬਨੂਰ ਚ 13 ਚੋਂ 12 ਉਹਨਾਂ ਦੇ ਖਾਤੇ 'ਚ, ਭਵਾਨੀਗੜ੍ਹ ਚ 15 ਚੋਂ 13 ਉਹਨਾਂ ਦੇ ਖਾਤੇ 'ਚ, ਸਾਰੀਗੜ੍ਹ ਚ 13 ਦੇ 13 ਉਹਨਾਂ ਦੇ ਖਾਤੇ 'ਚ। ਇਹੀ ਗੱਲ ਤਾਂ ਸਵੈਚ ਸਾਹਿਬ ਕਹਿ ਰਹੇ ਨੇ ਕਿ ਲੋਕਾਂ ਦੀ ਪਸੰਦੀਦਾ ਪਾਰਟੀਆਂ ਸੀ। ਹੋ ਸਕਦਾ ਸਰੀਨ ਸਾਹਿਬ ਇਹ ਕਹਿ ਰਹੇ ਲੋਕਾਂ ਦਾ ਮਤ ਹੋ ਸਕਦਾ। ਚਲੋ ਇੱਕ ਗੱਲ ਦਾ ਜਵਾਬ ਦਿਓ ਸਰੀਨ ਸਾਹਿਬ, ਦੋ ਗੱਲਾਂ ਦਾ ਆਪਣੇ ਆਪ ਚ ਦੱਸਦੇ ਸਰੀਨ ਸਾਹਿਬ, ਦੋ ਗੱਲਾਂ ਦਾ ਜਵਾਬ ਦਿਓ ਸਰੀਨ ਸਾਹਿਬ, ਦੋ ਗੱਲਾਂ ਦਾ ਜਵਾਬ। ਜਿਹੜੀ ਗੱਲ ਸਵੈਚ ਸਾਹਿਬ ਕਹਿੰਦੇ ਨੇ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਤੁਹਾਨੂੰ ਕਰਾਰੀ ਸ਼ਿਕਸਤ ਮਿਲੀ ਹੈ, ਤੁਹਾਨੂੰ ਫਰਕ ਪਿਆ ਕਿਸਾਨੀ ਅੰਦੋਲਨ ਨਾਲ ਜਾਂ ਨਹੀਂ ਪਿਆ। ਦੂਜਾ ਸਵਾਲ, ਤੁਹਾਨੂੰ ਗਿਣਤੀਆਂ ਮਿਣਤੀਆਂ ਬੜੀ ਚੰਗੀ ਤਰ੍ਹਾਂ ਆਉਂਦੀਆਂ ਨੇ, ਤੁਸੀਂ ਪਹਿਲਾਂ ਨਾਲੋਂ ਕਿੱਥੇ ਸਟੈਂਡ ਕਰ ਰਹੇ ਹੋ? ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਕਿੰਨੀ ਵੋਟ ਪਰਸੈਂਟੇਜ ਮਿਲੀ ਹੈ, ਉਹਦੇ ਬਾਰੇ ਵੀ ਚਾਨਣਾ ਪਾ ਦਿਓ ਜਰਾ। ਹਰਪ੍ਰੀਤ ਜੀ, ਜਿੱਥੇ ਤੱਕ ਕਿਸਾਨੀ ਅੰਦੋਲਨ ਦਾ ਸਵਾਲ ਹੈ, ਜਿੱਥੇ ਤੱਕ ਤੇ ਕਿਸਾਨ ਅੰਦੋਲਨ ਕਰ ਰਹੇ ਨੇ ਉਹ ਇੱਕ ਵਿਸ਼ਾ ਹੈ, ਲੇਕਿਨ ਕਿਸਾਨੀ ਆੜ ਚ ਗੁੰਡਾਗਰਦੀ ਔਰ ਧੱਕੇਸ਼ਾਹੀ ਜਿਹੜੀ ਕਾਂਗਰਸ ਦੇ ਗੁੰਡਿਆਂ ਨੇ ਕੀਤੀ ਹੈ ਉਹ ਸਾਰਿਆਂ ਨੇ ਦੇਖੀ ਹੈ ਔਰ ਤੁਸੀਂ ਵੀ ਦੇਖਿਆ ਔਰ ਤੁਹਾਡੇ ਚੈਨਲ ਨੇ ਵੀ ਦਿਖਾਇਆ ਕਿਸ ਤਰੀਕੇ ਨਾਲ ਜਦੋਂ ਸਾਡੇ ਸਟੇਟ ਦੇ ਪ੍ਰਧਾਨ ਫਿਰੋਜ਼ਪੁਰ ਦੇ ਵਿੱਚ ਕੰਪੇਨ ਕਰਨਗੇ ਤੇ ਸੁਖਵਿੰਦਰ ਸਿੰਘ ਜਿਹੜਾ ਕਾਂਗਰਸ ਦਾ ਬਲਾਕ ਸਮਿਤੀ ਦਾ ਪ੍ਰਧਾਨ ਹੈ, ਉਹ ਉਸ ਐਜੀਟੇਸ਼ਨ ਨੂੰ ਲੀਡ ਕਰ ਰਹੇ ਸੀ ਕਿਸਾਨੀ ਝੰਡਾ ਹੱਥ ਫੜ ਕੇ।
ਹੁਣ ਇਹਨੂੰ ਕਿਸਾਨੀ ਅੰਦੋਲਨ ਕਹੋਗੇ ਜਾਂ ਕਾਂਗਰਸ ਦਾ ਅੰਦੋਲਨ ਕਹੋਗੇ? ਮੇਰਾ ਇਹ ਕਹਿਣਾ ਜਿੱਥੇ ਕਿਸਾਨ ਦਾ ਸਵਾਲ ਹੈ, ਕਿਸਾਨ ਬੜਾ ਪੀਸਫੁਲ ਅੰਦੋਲਨ ਕਰ ਰਿਹਾ ਹੈ ਔਰ ਉਹਦੇ ਵੱਲੋਂ ਕੋਈ ਐਸੀ ਗੱਲ ਨਹੀਂ ਗੀ। ਇਹ ਤੇ ਕਿਸਾਨੀ ਦੀ ਆੜ ਦੇ ਵਿੱਚ ਕਾਂਗਰਸ ਨੇ ਜੋ ਗੁੰਡਾਗਰਦੀ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਕੰਪੇਨ ਕਰਨ ਤੋਂ ਰੋਕਿਆ, ਉਹਦੀ ਲੀਡਰਸ਼ਿਪ ਨੂੰ ਕੰਪੇਨ ਕਰਨ ਤੋਂ ਰੋਕਿਆ, ਤੇ ਇਹ ਲੋਕਤੰਤਰ ਕਿੱਥੇ ਰਹਿ ਗਿਆ? ਲੈਵਲ ਪਲੇਇੰਗ ਫੀਲਡ ਕਿੱਥੇ ਸੀਗੀ? ਠੀਕ ਹੈ ਮੈਂ 1 ਮਿੰਟ ਵਾਪਸ ਆਇਆ ਆਪਣੇ ਜੋ ਜਲਾਲਾਬਾਦ ਵਿੱਚ ਸੁਖਬੀਰ ਜੀ ਨਾਲ ਹੋਇਆ, ਮਤਲਬ ਇੱਕ Z+ ਸਿਕਿਉਰਿਟੀ ਦਾ ਬੰਦਾ ਡਿਪਟੀ ਚੀਫ ਮਿਨਿਸਟਰ ਹੋਵੇ, ਉਹਨੂੰ ਉਹਦੇ ਤੇ ਉੱਥੇ ਦਾ MLA ਕਿਵੇਂ ਉਹਦੇ ਤੇ ਲਾਠੀਆਂ ਚਲਾਈਆਂ ਔਰ ਵੱਟੇ ਮਾਰੇ, ਇਹਨੂੰ ਲੋਕਤੰਤਰ ਕਹਾਂਗੇ? ਮੈਂ ਅੱਜ ਨਾ ਵਾਪਸ ਆਣਾ। ਮੈਂ ਚਰਨਜੀਤ ਸਿੰਘ ਜੀ ਦੋ ਸਵਾਲਾਂ ਦਾ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਚਾਹੁੰਦਾ। 1 ਮਿੰਟ ਆਇਆ ਮੈਂ ਵਾਪਸ। 2 ਸਵਾਲਾਂ ਦਾ ਜਵਾਬ। ਗੱਠਜੋੜ ਟੁੱਟਣ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਸੀ, ਗੱਠਜੋੜ ਟੁੱਟਣ ਤੋਂ ਬਾਅਦ ਪਹਿਲੀ ਇਲੈਕਸ਼ਨ ਸੀ ਬੀਜੇਪੀ ਤੋਂ। ਗੱਠਜੋੜ ਤੋੜਨ ਤੋਂ ਬਾਅਦ ਫਾਇਦੇ 'ਚ ਰਹੇ ਹੋ, ਨੁਕਸਾਨ 'ਚ ਰਹੇ ਹੋ? ਪਹਿਲੀ ਗੱਲ ਦਾ ਸਵਾਲ। ਦੂਜਾ ਸਵਾਲ ਇਹ ਹੈ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ? ਔਰ ਇਹ ਕਾਂਗਰਸ ਦੇ ਬੁਲਾਰਾ ਕਹਿੰਦੇ ਨੇ ਹੁਣ ਤੁਸੀਂ ਇਹ ਕਹਿਣ ਜੋਗੇ ਨਹੀਂ ਰਹੇ ਕਿ ਧੱਕਾ ਹੋਇਆ। ਜੇ ਧੱਕਾ ਹੋਇਆ ਹੁੰਦਾ ਤਾਂ ਮਜੀਠਾ ਤੁਹਾਡੇ ਹੱਕ 'ਚ ਨਾ ਹੁੰਦਾ, ਤੁਹਾਡੇ MLA ਦੇ ਬੰਦੇ ਨਾ ਜਿੱਤੇ, ਜਾਂ ਹੋਰ ਸਾਰੀਆਂ ਚੀਜ਼ਾਂ ਤੁਹਾਡੇ ਹੱਕ 'ਚ ਨਾ ਹੁੰਦੀਆਂ। ਇਸ ਕਰਕੇ ਨਾ ਬੋਲਿਓ ਕਿ ਧੱਕਾ ਹੋਇਆ। ਮੈਂ ਹਰਪ੍ਰੀਤ ਜੀ ਬੇਨਤੀ ਕਰਦੇ ਹਾਂ, ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਵੋਟਰਾਂ ਦਾ, ਪਾਰਟੀ ਦੇ ਵਰਕਰਾਂ ਦਾ, ਲੀਡਰਾਂ ਦਾ, ਸਭ ਦਾ ਧੰਨਵਾਦ ਕਰੂੰਗਾ ਕਿ ਕਾਂਗਰਸ ਦੇ ਇਸ ਜ਼ਬਰ ਜ਼ੁਲਮ ਦਾ ਵੀ ਮੁਕਾਬਲਾ ਕਰਦੇ ਹੋਏ ਥੋੜਾ ਬਹੁਤਾ ਜਿੱਥੇ ਕਿਤੇ ਵੀ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਸਹਾਈ ਹੋਇਆ, ਮੈਂ ਉਹਨਾਂ ਦਾ ਧੰਨਵਾਦ ਕਰੂੰਗਾ। ਜਿਹੜੇ ਜਿੱਤੇ ਨੇ, ਭਾਵੇਂ ਸਾਰੀਆਂ ਪਾਰਟੀਆਂ ਦੇ ਅਲੱਗ-ਅਲੱਗ ਦੇ ਨੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਵਧਾਈ ਦੇਵਾਂਗਾ। ਔਰ ਦੂਜੀ ਮੈਂ ਬੇਨਤੀ ਕਰਾਂ, ਜਿਹੜਾ ਤੁਸੀਂ ਕਿਹਾ ਕਿ ਫਿਰ ਜਿੱਥੋਂ ਜਿੱਤੇ ਉੱਥੇ ਧੱਕਾ ਨਹੀਂ ਹੋਇਆ, ਮੈਂ ਕਹਿੰਦਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਜਾਂਦਾ ਤਾਂ ਸਾਰੇ ਪੰਜਾਬ 'ਚ ਹੀ ਇਹ ਰਿਜ਼ਲਟ ਆਉਣੇ ਸੀ। ਸਾਰੇ ਪੰਜਾਬ 'ਚ ਇਹ ਰਿਜ਼ਲਟ ਆਉਣੇ ਸੀ। ਭਾਵੇਂ ਕਿ ਦਰਜਨ ਦੇ ਕਰੀਬ ਮਿਊਨਿਸਪੈਲਿਟੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅਸੀਂ ਪ੍ਰਧਾਨ ਬਣਾਵਾਂਗੇ। ਜੇ ਕਾਂਗਰਸ ਦੀ ਨੀਅਤ ਸਾਫ਼ ਰਹੀ, ਜੇ ਤੋਂ ਬਾਅਦ ਡੰਡਾ ਤੱਤਰ ਨਵਾਂ ਚੱਲ ਪਿਆ ਤਾਂ ਫਿਰ ਉਹ ਇੱਕ ਵੱਖਰੀ ਗੱਲ ਹੈ। ਪਰ ਇਹਦੇ 'ਚ ਦੋ ਪਹਿਲੂ ਛੋਟਾ ਜਿਹਾ ਰੋਕਣਾ ਨਾ, ਬੀਜੇਪੀ ਤੇ ਬਾਅਦ ਚ ਆਵਾਂਗਾ, ਪਹਿਲੇ ਇਸੇ ਗੱਲ ਤੇ ਆਉਂ। ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਜਗ੍ਹਾਵਾਂ ਤੇ ਹੋ ਜਾਂਦਾ ਤਾਂ ਨਤੀਜੇ ਕੁਝ ਹੋਰ ਹੁੰਦੇ। ਜਿੱਥੇ ਜਿੱਥੇ ਤੁਸੀਂ ਜਿੱਤੇ ਹੋ ਸਿਰਫ ਫੇਅਰ ਉੱਥੇ ਹੋਈ ਹੈ, ਜਿੱਥੇ ਜਿੱਥੇ ਤੁਸੀਂ ਹਾਰੇ ਹੋ ਉੱਥੇ ਫੇਅਰ ਇਲੈਕਸ਼ਨ ਨਹੀਂ ਹੋਈ। ਮੈਂ ਬੇਨਤੀ ਇਸ ਗੱਲ ਦੀ ਕਰਦੇ ਆ ਜੀ, ਜਿਹੜੀਆਂ ਗੱਲਾਂ ਦੀ ਗੱਲ ਜਿਹੜੀ ਸਰੀਨ ਸਾਹਿਬ ਨੇ ਲੜੀਵਾਰ ਦਸੀਆਂ, ਉੱਥੇ ਸਾਡੇ ਕੈਂਡੀਡੇਟ ਹੀ ਨਹੀਂ ਰਹਿਣ ਦਿੱਤੇ, ਤੇ ਫਿਰ ਕੀ ਉੱਥੇ ਉਹੋ ਜਿਹਾ ਹੀ ਅਸਰ ਆਂਢ ਗੁਆਂਢ 'ਚ ਵੀ ਪੈ ਜਾਂਦਾ। ਔਰ ਦੂਜੀ ਗੱਲ, ਜੇ ਮੰਨ ਲਓ 30 ਸੀਟਾਂ ਨੇ ਤੇ 10 ਪਹਿਲਾਂ ਹੀ ਜਿੱਤ ਲੈਂਦੇ ਤੇ ਬਾਕੀ ਦੀ ਲੜਾਈ ਦਾ ਕੀ ਮਤਲਬ ਰਹਿ ਜਾਂਦਾ? ਇਸ ਕਰਕੇ ਸਾਰੇ 500 ਤੋਂ ਉੱਪਰ 509 ਦੇ ਕਰੀਬ ਸਾਡੇ ਰਿਜੈਕਟ ਕਰ ਦਿੱਤੇ ਗਏ ਜਾਂ ਭਰ ਨਹੀਂ ਦਿੱਤੇ ਗਏ। ਤਾਂ ਜਦੋਂ 25-40 ਪੈਸੇ ਤਾਂ ਸਮਝ ਲਓ ਐਂ ਹੀ ਬਣ ਗਿਆ, ਤੇ ਮਗਰ ਕੀ ਰਹਿ ਗਿਆ? ਇੱਕ ਗੱਲ। ਦੂਜੀ ਮੈਂ ਬੇਨਤੀ ਕਰਾਂ, ਜਿਹੜਾ ਤੁਸੀਂ ਬੀਜੇਪੀ ਨਾਲ ਘਾਟੇ ਜਾਂ ਵਾਧੇ ਦੀ ਗੱਲ ਕਰਦੇ ਹੋ, ਦੇਖੋ ਸਮੇਂ ਦੀ ਗੱਲ ਹੁੰਦੀ ਆ। ਅੱਜ ਕਿਸਾਨ ਦੇ ਉੱਤੇ ਸਭ ਤੋਂ ਵੱਡੀ ਸੱਟ ਜਿਹੜੀ ਆ ਕੇਂਦਰ ਦੀ ਸਰਕਾਰ ਨੇ ਮਾਰੀ ਆ, ਭਾਰਤੀ ਜਨਤਾ ਪਾਰਟੀ ਨੇ ਮਾਰੀ ਆ। ਔਰ ਜਿਹੜਾ ਖਮਿਆਜਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਜਿਹੜਾ ਸੰਬੋਧਨ ਕਰਕੇ ਕਹਿੰਦੇ ਹੁੰਦੇ ਸਰੀਨ ਸਾਹਿਬ ਤੇ ਸਾਰੇ ਸਾਥੀ, ਅੱਜ ਉਹਨਾਂ ਦਾ 98 2 ਕਾਰਪੋਰੇਸ਼ਨ ਜਿਨ੍ਹਾਂ ਦੇ ਸੱਤਾਂ ਚੋਂ ਨਿਕਲਿਆ ਨਤੀਜੇ, 2 ਕਾਰਪੋਰੇਸ਼ਨ 'ਚ ਕੋਈ ਖਾਤਾ ਨਹੀਂ ਖੁੱਲਿਆ, 96 ਮਿਊਨਿਸਪੈਲਿਟੀਆਂ ਦੇ ਵਿੱਚ ਕੋਈ ਖਾਤਾ ਨਹੀਂ ਖੁੱਲਿਆ। ਇਹ ਮੈਂ ਕਲੀਅਰ ਕਰਦੇ ਹਾਂ, ਹਿੰਦੁਸਤਾਨ ਦੀ ਸਭ ਤੋਂ ਵੱਡੀ, ਕਹਿੰਦੇ ਆ ਵਰਲਡ ਦਾ ਸਾਡਾ ਸਭ ਤੋਂ ਵੱਡਾ ਸੰਗਠਨ ਹੈ। ਇਹ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ। ਤੇ ਦੂਜੀ ਮੈਂ ਬੇਨਤੀ ਕਰਦੇ ਆ, ਸਾਨੂੰ ਤਾਂ ਕਹਿੰਦੇ ਆ ਤੀਜੇ ਨੰਬਰ ਵਾਲੇ ਆ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਮੇਰੇ ਵੀਰ। ਅੱਜ ਜਿਹੜੀ ਮੁੱਖ ਵਿਰੋਧੀ ਧਿਰ ਹੈ, 88 ਥਾਵਾਂ ਤੇ ਉਹਨਾਂ ਦਾ ਜਿਹੜਾ ਖਾਤਾ ਨਹੀਂ ਖੁੱਲਿਆ। 109 ਮਿਊਨਿਸਪੈਲਿਟੀਆਂ ਤੇ 7 ਕਾਰਪੋਰੇਸ਼ਨ ਦੇ ਰਿਜ਼ਲਟ ਜਿਹੜੇ ਆ ਉਹ ਨਿਕਲੇ। 116 ਦੇ ਵਿੱਚੋਂ 88 ਤੇ ਖਾਤਾ ਨਹੀਂ ਖੁੱਲਿਆ। ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਗੱਲ ਸਾਫ਼ ਕਰਤੀ ਹੈ, ਭਾਵੇਂ ਡੰਡਾ ਤੰਤਰ ਚੱਲਿਆ, ਭਾਵੇਂ ਧੱਕਾ ਤੰਤਰ ਚੱਲਿਆ, ਪਰ ਜੇ ਕਾਂਗਰਸ ਨੂੰ ਟੱਕਰ ਦੇ ਸਕਦਾ, ਸ਼ਿਕਸਤ ਦੇ ਸਕਦਾ, ਜਾਂ 2022 ਦੇ ਵਿੱਚ ਲੋਕ ਜੀ ਤੋਂ ਤਵੱਕੋ ਰੱਖਦੇ ਆ, ਉਹ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਿਹੜਾ ਲੜਾਈ ਲੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੇਰਾ ਸਵਾਲ ਉੱਥੇ ਹੀ ਖੜਾ ਹਲੇ ਵੀ, ਗੱਠਜੋੜ ਤੋੜਨ ਤੋਂ ਬਾਅਦ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਦੇਖੋ ਫਾਇਦਾ ਤਾਂ ਜਦੋਂ ਐਨਾਲਿਸਿਸ ਕੀ ਕਹਿੰਦੇ ਤੁਹਾਡੇ ਕੋਲ ਅੰਕੜੇ ਤਾਂ ਆਏ ਹੋਣੇ, ਐਨਾਲਿਸਿਸ ਤੁਹਾਡੇ ਕੀ ਕਹਿੰਦੇ ਨੇ? ਪੰਜਾਬ ਦੀ ਰੀੜ ਦੀ ਹੱਡੀ ਸਾਡਾ ਕਿਸਾਨ ਹੈ। ਇੱਕ ਸਵਾਲ, ਫਾਇਦੇ ਨੁਕਸਾਨ ਨਹੀਂ ਸੋਚੇ ਜਾਂਦੇ। ਬੜੀਆਂ ਥਾਵਾਂ ਤੇ ਤੁਸੀਂ ਬੀਜੇਪੀ ਲਈ ਸੀਟਾਂ ਛੱਡਦੇ ਸੀ ਤੇ ਬੜੀਆਂ ਥਾਵਾਂ ਲਈ ਬੀਜੇਪੀ ਤੁਹਾਡੇ ਲਈ ਸੀਟਾਂ ਛੱਡਦੀ ਸੀ। ਅੱਜ ਤੁਸੀਂ ਸਾਰੀਆਂ ਥਾਵਾਂ ਤੇ ਇਲੈਕਸ਼ਨ ਲੜ ਰਹੇ ਹੋ, ਬੀਜੇਪੀ ਸਾਰੀਆਂ ਥਾਵਾਂ ਤੇ ਇਲੈਕਸ਼ਨ ਲੜ ਰਹੀ ਹੈ। ਇਹਦਾ ਤੁਹਾਨੂੰ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ? ਫਾਇਦੇ ਨੁਕਸਾਨ ਦੀ ਗੱਲ ਮੈਂ ਫਿਰ ਦੁਹਰਾ ਦਿਆਂ, ਜੇ ਸਾਡੀ ਰੀੜ ਦੀ ਹੱਡੀ ਤੋੜਨ ਨੂੰ ਕੇਂਦਰ ਸਰਕਾਰ ਪੈ ਗਿਆ ਤੇ ਫਾਇਦੇ ਤੋਂ ਅਸੀਂ ਕੀ ਲੈਣਾ? ਜੇ ਫਾਇਦਾ ਹੁੰਦਾ ਵੀ ਹੋਵੇ, ਇਹੋ ਜਿਹੇ ਫਾਇਦੇ ਦੀ ਲੋੜ ਨਹੀਂ। ਤੇ ਫਾਇਦੇ ਦਾ ਰਿਜ਼ਲਟ ਲੋਕਾਂ ਨੇ ਦੇਤਾ ਕਿ ਜੇ 88 ਥਾਂ ਤੇ 96 ਤੇ 2 98 ਥਾਂ ਤੇ 100 ਤੇ 16 ਥਾਵਾਂ ਚੋਂ 98 ਥਾਂ ਦੇ ਉੱਤੇ ਸਿਰਫ 18 ਥਾਵਾਂ ਤੇ ਖਾਤਾ ਖੋਲ ਪਾਏ ਆ। ਜੇ ਇੰਨੇ ਥਾਵਾਂ ਤੇ ਖਾਤਾ ਹੀ ਨਹੀਂ ਖੋਲ ਪਾਏ, ਮੈਂ ਤੁਹਾਨੂੰ ਹੋਰ ਚੁਕਾਉਣ ਵਾਲੀ ਗੱਲ ਦੱਸ ਦਿੰਦਾ ਜੀ। ਫਾਇਦੇ ਨੁਕਸਾਨ ਦੀ ਗੱਲ ਲੋਕ ਆਪੇ ਲੜਨਗੇ। ਦਸੂਹਾ
ਮੁਕੇਰੀਆਂ ਜਿੱਥੇ ਜਦੋਂ ਦੇ ਸਮਝ ਲਓ ਇਲੈਕਸ਼ਨ ਗੜ੍ਹ ਲੜਦੇ ਆ ਸੀ BJP ਉੱਥੇ ਦੇ। ਬੀਜੇਪੀ ਲੜਦੀ ਸੀ ਤੇ ਖਾਤਾ ਹੀ ਨਹੀਂ ਖੁੱਲਿਆ। ਇਸ ਕਰਕੇ ਮੈਂ ਇੱਕ ਬੇਨਤੀ ਕਰਾਂ, ਫਾਇਦੇ ਨੁਕਸਾਨ ਦੀ ਗੱਲ ਨਹੀਂ, ਮੈਂ ਸਰੀਨ ਸਾਹਿਬ ਨੂੰ ਅੱਜ ਵੀ ਬੇਨਤੀ ਕਰੂੰਗਾ ਕਿ ਆਹੀ ਰਿਜ਼ਲਟ ਲੈ ਕੇ ਦਿੱਲੀ ਵਾਲਿਆਂ ਦੇ ਦੁਆਲੇ ਹੋ ਜਾਓ ਵੀ ਕਿਉਂ ਸਾਰੇ ਦੇਸ਼ ਦੀ ਜੜ ਪੱਟਣ ਲੱਗੇ ਹੋਏ ਹੋ, ਕਿਰਪਾ ਕਰਕੇ। ਔਰ ਮੈਂ ਪੰਜਾਬ ਦੇ ਵਿੱਚੋਂ ਕਦੇ ਵੀ ਕੋਈ ਹਨੇਰੀ ਉੱਠੀ ਹੈ ਆਜ਼ਾਦੀ ਦੀ ਲੜਾਈ ਤੋਂ ਲਾ ਕੇ ਐਮਰਜੈਂਸੀ ਦੀ ਲੜਾਈ ਤੋਂ ਲਾ ਕੇ ਸ਼ੁਰੂਆਤ ਇੱਥੋਂ ਹੀ ਹੋਈ। ਜਿਹੜੀ ਉੱਠੀ ਆ ਉਹਨੇ ਕੋਈ ਅੱਗੇ ਅੜ ਨਹੀਂ ਦਿੱਤਾ। ਮੋਦੀ ਸਾਹਿਬ ਨੂੰ ਸਮਝਾ ਲਓ ਹਲੇ ਮਿੱਤਲ ਸਾਹਿਬ ਤੋਂ ਇੱਕ ਰਿਪਲਾਈ ਦੇ ਦਾਂ। ਮਿੱਤਲ ਸਾਹਿਬ, ਇਸ ਓਵਰਆਲ ਨਤੀਜਿਆਂ ਨੂੰ ਤੁਹਾਡੀ ਪਾਰਟੀ ਕਿਸ ਤਰ੍ਹਾਂ ਦੇਖਦੀ ਹੈ, ਕਿਉਂਕਿ ਬਹੁਤੇ ਨਤੀਜੇ ਤੁਹਾਡੀ ਫੇਵਰ ਦੇ ਵਿੱਚ ਵੀ ਨਹੀਂ ਆਏ। ਦੇਖੋ ਗੱਲ ਇਹ ਆ, ਅਸੀਂ ਪੋਜ਼ਿਟਿਵ ਨੈਗੇਟਿਵ ਦੋਨੇ ਤਰ੍ਹਾਂ ਦੇ ਪੱਖ ਹੁੰਦੇ ਆ, ਪਰ ਇਹਨਾਂ ਚੋਣਾਂ ਦੇ ਵਿੱਚੋਂ ਸਾਨੂੰ ਪੋਜ਼ਿਟਿਵ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਬਹੁਤ ਕੁਝ ਅਸੀਂ ਗੇਨ ਵੀ ਕੀਤਾ। ਠੀਕ ਹੈ, ਅੱਜ ਤੱਕ ਸਾਡਾ ਕੋਈ ਐਮਸੀ ਨਹੀਂ ਸੀ ਪੰਜਾਬ ਦੇ ਅੰਦਰ, ਅੱਜ ਸਾਡੇ 58 ਐਮਸੀ ਨੇ, ਆਮ ਆਦਮੀ ਪਾਰਟੀ ਦੇ 58 ਐਮਸੀ ਨੇ। ਕਿਉਂਕਿ ਤੁਸੀਂ ਇਲੈਕਸ਼ਨ ਲੜੀ ਨਹੀਂ ਨਾ ਪਹਿਲਾਂ। ਨਹੀਂ ਹਾਂ, ਪਹਿਲੀ ਵਾਰ ਇਲੈਕਸ਼ਨ ਲੜੀ ਆ। ਫਿਰ ਇਹਨਾਂ ਨੂੰ ਕਿ ਪਹਿਲਾਂ ਨਹੀਂ ਸੀ, ਮੈਂ ਇਦਾਂ ਲੱਗਦਾ ਕਿ ਪਹਿਲਾਂ ਤੁਸੀਂ ਜਿੱਤੇ ਨਹੀਂ ਮੈਂ ਨੈਗੇਟਿਵ ਦੇ ਵਿੱਚ ਨਹੀਂ ਜਾਂਦੇ, ਅਸੀਂ ਪੋਜ਼ਿਟਿਵਿਟੀ ਦੇ ਵਿੱਚ ਜਾਂਦੇ ਆ। ਸਾਡਾ ਪਹਿਲੀ ਵਾਰ ਇਲੈਕਸ਼ਨ ਲੜ ਕੇ ਅੱਜ ਦੇਖੋ ਸਾਨੂੰ, ਅਸੀਂ ਕਈ ਜਗ੍ਹਾ ਤੇ ਦੂਜੇ ਨੰਬਰ ਤੇ ਆਏ ਆ, ਕਈ ਨਗਰ ਕੌਂਸਲਾਂ ਇਹੋ ਜਿਹੇ ਨੇ ਜਿੱਥੇ ਦੂਜੇ ਨੰਬਰ ਤੇ ਆਏ ਆ, ਤੇ ਸਰਹੰਦ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੋਂ ਦੇਖ ਕੇ ਰਿਜ਼ਲਟ ਮੈਂ ਦੇਖਿਆ ਕਿ ਸਰਹੰਦ ਦੇ ਵਿੱਚੋਂ ਸਾਨੂੰ 8000 ਵੋਟ ਪਈ ਆ ਟੋਟਲ, ਮਤਲਬ 8000 ਵੋਟ ਐਮਸੀ ਦੇ ਵਿੱਚ ਪੈ ਗਈ ਤੇ ਅਸੀਂ ਦੂਜੇ ਨੰਬਰ ਤੇ ਆਏ ਆ, ਤਾਂ ਸਾਡੀ ਵੱਡੀ ਅਚੀਵਮੈਂਟ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਅਸੀਂ ਕਮਜ਼ੋਰ ਆ, ਅਸੀਂ ਲੜਾਈ ਨੂੰ ਹੋਰ ਤੇਜ਼ ਕਰਾਂਗੇ। ਜਿੱਥੋਂ ਦੇਖੋ ਗੱਲ ਇਹ ਆ, ਜਿੱਥੋਂ ਤੱਕ ਰਹੀ ਗੁੰਡਾਗਰਦੀ ਦੀ, ਤੁਸੀਂ ਗੁੰਡਾਗਰਦੀ ਦੀ ਵੀ ਗੱਲ ਕੀਤੀ ਹੈ, ਤੁਹਾਡੇ ਚੈਨਲ ਨੇ ਵੀ ਤਸਵੀਰਾਂ ਦਿਖਾਈਆਂ, ਵੀਡੀਓਜ਼ ਵੀ ਦਿਖਾਈਆਂ, ਉਸ ਤੋਂ ਤਾਂ ਖੁਦ ਵੀ ਇਨਕਾਰ ਨਹੀਂ ਕਰਦੇ। ਨਹੀਂ ਇਨਕਾਰ ਨਹੀਂ ਕਰਦੇ, ਮੈਂ ਉਹੀ ਗੱਲ ਕਹਿ ਰਿਹਾ। ਦੇਖੋ ਗੱਲ ਇਹ ਨਹੀਂ ਹੈ ਕਿ ਤੁਸੀਂ ਇੱਕਾ ਦੁੱਕਾ ਐਗਜ਼ਾਮਪਲਾਂ ਤੁਸੀਂ ਦਿੱਤੀਆਂ, ਉਹਨਾਂ ਨੇ ਵੀ ਸਵੈਸ ਸਾਹਿਬ ਨੇ ਵੀ ਕੀਤਾ ਜੀ ਅਸੀਂ ਫਲਾਣੇ ਨੂੰ ਕਿਵੇਂ ਜਿੱਤਣ ਦਿੱਤਾ, ਫਲਾਣੇ ਨੂੰ ਕਿਵੇਂ ਜਿੱਤਣ ਦਿੱਤਾ। ਦੇਖੋ ਜਸਟੀਫਿਕੇਸ਼ਨ ਤਾਂ ਉਹ ਤਾਂ ਤੁਸੀਂ ਵੀ ਈਵੀਐਮ ਤੇ ਮੋਦੀ ਸਾਹਿਬ ਤੇ ਇਲਜ਼ਾਮ ਲਾਉਣੇ ਹੋ, ਫਿਰ ਤੁਸੀਂ ਕਹੋ ਪੰਜਾਬ ਸਰਕਾਰ ਤੁਹਾਡੀ ਕਿਵੇਂ ਬਣ ਗਈ। ਮਤਲਬ ਇਹ ਨਹੀਂ ਗੱਲ ਹੁੰਦੀ, ਗੱਲ ਤਾਂ ਇਹ ਆ ਕਿ ਓਵਰਆਲ ਪੁਲਿਸ ਦੀ ਜਿੱਤ ਆ, ਪੁਲਿਸ ਦੀ ਗੁੰਡਾਗਰਦੀ ਦੀ ਜਿੱਤ ਆ। ਠੀਕ ਹੈ, ਇਹ ਧੱਕੇਸ਼ਾਹੀ ਦੀ ਜਿੱਤ ਆ। ਅੱਜ ਤੁਸੀਂ ਦੇਖੋ ਚਰਨਜੀਤ ਚੰਨੀ ਸਾਹਿਬ ਨੇ ਆ ਕੇ ਖਰੜ ਦੇ ਬੂਥਾਂ ਦੇ ਉੱਤੇ ਕਿਵੇਂ ਮਤਲਬ ਉੱਥੇ ਆ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਡੇ ਪੋਲਿੰਗ ਏਜੰਟ ਨੂੰ ਘੇਰਿਆ, ਉਹਨੂੰ ਘੂਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ, ਡੀਐਸਪੀ ਨੂੰ ਘੂਰਿਆ, ਤੁਹਾਡੇ ਕਿਸੇ ਪੱਤਰਕਾਰ ਭਰਾ ਨੇ ਨਹੀਂ ਭਰਾਤਾ ਉਹਨਾਂ ਦਾ ਹਾਰ ਗਿਆ, ਉਹ ਤੁਹਾਡੇ ਫਿਰ ਜਨਤਾ ਜਵਾਬ ਦਿੰਦੀ ਹੈ ਧੱਕੇਸ਼ਾਹੀ ਦਾ। ਅਗਰ ਤੁਸੀਂ ਸ਼ਰੇਆਮ ਆ ਕੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰੋਗੇ, ਸ਼ਰੇਆਮ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੋਗੇ, ਆਮ ਆਦਮੀ ਪਾਰਟੀ ਨੇ ਹਰਾਇਆ। ਚੰਨੀ ਉਰੀ ਧੱਕਾ ਕਰਦੇ ਨੇ ਤਾਂ ਉਹਨਾਂ ਦਾ ਭਰਾ ਹਾਰ ਜਾਂਦਾ। ਨਹੀਂ ਤੁਹਾਡੇ ਪੱਤਰਕਾਰ ਭਰਾ ਨੇ ਪੁੱਛਿਆ ਡੀਐਸਪੀ ਸਾਹਿਬ ਨੂੰ ਕਿ ਜੀ ਤੁਹਾਨੂੰ ਮੰਤਰੀ ਸਾਹਿਬ ਘੂਰ ਕੇ ਗਏ ਨੇ, ਉਹ ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ ਹੋਈ, ਉਹ ਕਹਿੰਦਾ ਮੈਂ ਤਾਂ ਆਪ ਦੇਖਿਆ। ਮਤਲਬ ਇੱਥੋਂ ਤੱਕ ਤਾਂ ਤਸਵੀਰਾਂ ਨੇ ਗਈਆਂ, ਜਿੰਨਾ ਮਰਜ਼ੀ ਤੁਸੀਂ ਕਹੀ ਜਾਓ, ਮਿੱਟੀ ਪਾਉਣ ਦੀ ਕੋਸ਼ਿਸ਼ ਕਰੀ ਜਾਓ, ਪਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਆਸਬੰਦ ਹੈ, ਪੂਰੀ ਤਰ੍ਹਾਂ ਨਾਲ ਦ੍ਰਿੜਤਾ। ਦੇਖੋ ਸਾਡੇ ਆਲੇ ਦੁਆਲੇ ਕੌਣ ਨੇ 100 ਸਾਲ ਪੁਰਾਣੀਆਂ ਪਾਰਟੀਆਂ, ਜਿਨ੍ਹਾਂ ਕੋਲ ਕੇਡਰ ਹੈ, ਜਿਨ੍ਹਾਂ ਕੋਲ ਧਨ ਹੈ, ਬਲ ਹੈ, ਸਾਰੇ ਸਾਧਨ ਨੇ। ਠੀਕ ਹੈ, ਤੇ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਨੇ। ਤੁਸੀਂ ਮੁੱਖ ਵਿਰੋਧੀ ਪਾਰਟੀ ਦੇ, ਦੇਖੋ ਮੈਂ ਉਹੀ ਗੱਲ ਕਰ ਰਿਹਾ। ਦੇਖੋ ਸਰ ਗੱਲ ਇਹ ਆ, ਮੈਂ ਉਹੀ ਗੱਲ ਕਰ ਰਿਹਾ, ਸਾਡਾ ਅਗਰ ਅੱਜ ਇਹਨਾਂ ਪੁਰਾਣੇ ਲੀਡਰਾਂ ਦੇ ਖਿਲਾਫ ਸੁਖਵੀਰ ਸਿੰਘ ਬਾਦਲ, ਸਰਦਾਰ ਸੁਨੀਲ ਜਾਖੜ ਜੀ, ਠੀਕ ਆ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ ਵਰਗੇ ਲੋਕ ਨੇ, ਇਹਨਾਂ ਦੇ ਖਿਲਾਫ ਸਾਡੇ 30-40 ਸਾਲ ਦੇ ਨੌਜਵਾਨ ਅਗਰ ਅੜੇ ਨੇ, ਉਹਨਾਂ ਨੇ ਫਾਈਟ ਦਿੱਤੀ ਆ, ਔਰ ਫਾਈਟ ਦਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ 58 ਐਮਸੀ ਅੱਜ ਪਾਏ ਨੇ, ਤੇ ਦੱਸ ਦਿੰਦੇ ਆ, ਮੁਬਾਰਕਬਾਦ ਦਿੰਦੇ ਆ, ਉਹਨਾਂ ਦੇ ਹੌਸਲੇ ਦੀ ਕਦਰ ਕਰਦੇ ਆ। ਤੇ ਮਤਲਬ ਅੱਜ ਜਦੋਂ ਸਾਡੇ ਕੋਲ ਕਦਾਵਾਰ ਲੀਡਰ ਹੋ ਜਾਣਗੇ, ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ, ਸਰਦਾਰ ਸੁਨੀਲ ਜਾਖੜ ਵਰਗੇ, ਬਲਬੀਰ ਸਿੰਘ ਸਿੱਧੂ ਵਰਗੇ, ਤੇ ਫਿਰ ਅਸੀਂ ਵੀ ਮੁਕਾਬਲਾ ਕਰਕੇ ਦਿਖਾ ਦਾਂਗੇ। ਨਹੀਂ, ਪਰ ਗੱਲ ਤਾਂ ਇਹ ਹੈ, ਚਲੋ ਮੈਂ ਤੁਹਾਡੀ ਗੱਲ ਤੇ ਬਾਅਦ ਚ ਆ ਜਾਣਾ ਕਿ ਮੁੱਖ ਵਿਰੋਧੀ ਧਿਰ ਹੋਵੇ, ਮੁੱਖ ਵਿਰੋਧੀ ਧਿਰ ਜੇ ਇਹ ਕਵੇ ਕਿ ਅਸੀਂ ਤਾਂ ਹਲੇ ਸਟੈਂਡ ਹੀ ਨਹੀਂ ਕਰ ਪਾਏ, ਫਿਰ ਤੁਸੀਂ ਆਪਣੀ ਪਾਰਟੀ ਦੀ ਗਰਿਮਾ ਆਪ ਡਾਊਨ ਨਹੀਂ ਕਰ ਰਹੇ। ਤੁਸੀਂ ਮੁੱਖ ਵਿਰੋਧੀ ਧਿਰ ਹੋ, 4.5 ਸਾਲ ਹੋ ਗਏ ਤੁਹਾਨੂੰ ਓਪੋਜੀਸ਼ਨ ਚ ਬਹਿੰਦੇ ਆ, ਦੁਬਾਰਾ 2022 ਦੀ ਇਲੈਕਸ਼ਨ ਲੜਨੀ ਹੈ ਜਨਾਬ। ਤੁਸੀਂ ਆਪਣੇ ਕੈਡਰ ਨੂੰ ਬੁਲੰਦ ਕਰੋ। ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਤਾਂ ਬਿਲਕੁਲ ਨਵੇਂ ਆ, ਸਾਡੇ ਕੋਲ ਤਾਂ ਉਹ ਕਾਬਲੀਅਤ ਨਹੀਂ, ਕਾਬਲ ਲੀਡਰ ਨਹੀਂ। ਦੇਖੋ ਗੱਲ ਇਹ ਆ, ਤੁਸੀਂ ਆਪਣੀ ਪਾਰਟੀ ਨੂੰ ਐਵੇਂ ਨਾ ਦੇਖੋ ਗੱਲ ਜਿਹੜੀ 2022 ਦੀਆਂ ਚੋਣਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜੀ ਇਹਨਾਂ ਚੋਣਾਂ ਦੇ ਵਿੱਚ ਮੁੱਦੇ ਬਿਲਕੁਲ ਡਿਫਰੈਂਟ ਹੁੰਦੇ ਨੇ, ਲੋਕਲ ਮੁੱਦੇ ਹੁੰਦੇ ਨੇ, ਮੁੱਦੇ ਅਲੱਗ ਤਰ੍ਹਾਂ ਦੇ ਹੁੰਦੇ ਨੇ। ਠੀਕ ਆ, ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ, ਚਾਹੇ ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਹੋਵੇ, ਉਹਨਾਂ ਨੇ ਹਰ ਜਗ੍ਹਾ ਤਾਂ ਪ੍ਰਚਾਰ ਨਹੀਂ ਕੀਤਾ। ਠੀਕ ਆ, ਇਹ ਲੋਕਲ ਫੇਸਸ ਸਾਰੀ ਲੀਡਰਸ਼ਿਪ ਨੇ ਕੀਤਾ। ਜੇ ਇਹਨਾਂ ਦੀ ਲੀਡਰਸ਼ਿਪ ਨਹੀਂ ਕੀਤਾ, ਤੁਹਾਡੇ ਕਿਹੜੀ ਲੀਡਰਸ਼ਿਪ ਰਹੀ ਹੈ? ਨਹੀਂ, ਸਾਰੀ ਜਗ੍ਹਾ ਤੇ ਨਹੀਂ ਕੀਤਾ। ਭਗਵੰਤ ਮਾਨ ਹੋਰਾਂ ਨੇ ਕੀਤਾ, ਦਿੱਲੀ ਤੋਂ ਆਈ ਤੁਹਾਡੀ, ਬਿਲਕੁਲ ਆਏ ਨੇ, ਬਿਲਕੁਲ ਮੈਂ ਉਹੀ ਗੱਲ ਕਰ ਰਿਹਾ। ਲੋਕਲ ਫੇਸਸ ਜਿਹਦੇ ਤੇ ਜ਼ਿਆਦਾ ਇੰਪੋਰਟੈਂਸ ਰੱਖਦੇ ਨੇ, ਕਿਉਂਕਿ ਲੋਕਾਂ ਦੇ ਸੀਵਰੇਜ ਦਾ ਕੋਈ ਮੁੱਦਾ ਹੁੰਦਾ, ਕੋਈ ਪਾਣੀ ਦਾ ਮੁੱਦਾ ਹੁੰਦਾ, ਕੋਈ ਲੋਕਲ ਸੜਕ ਦਾ ਮੁੱਦਾ ਹੁੰਦਾ, ਕੋਈ ਮੁੱਦਾ ਹੁੰਦਾ। ਲੋਕਲ ਫੇਸਸ ਦੀ ਮੈਂ ਗੱਲ ਕਰ ਰਿਹਾ, ਜਿਹੜੀ 2022 ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੈਮੀ ਫਾਈਨਲ ਆ, ਜਾਂ 2022 ਚ ਬਰਾੜ ਸਾਹਿਬ ਨੇ ਵੀ ਕਿਹਾ ਕਿ ਸਾਡਾ ਸੁਪੜਾ ਸਾਫ਼ ਹੋ ਗਿਆ ਜੀ, ਇਹ ਮਿਹਨਤ ਅਕਾਲੀ ਦਲ ਤੇ ਕਾਂਗਰਸ ਰਹਿ ਗਈ। ਮੈਂ ਮੰਨ ਲੈਂਦਾ ਬਰਾੜ ਸਾਹਿਬ, ਅਗਰ ਤੁਸੀਂ ਜਲਾਲਾਬਾਦ ਤੋਂ ਜਿੱਤਦੇ, ਅਗਰ ਤੁਸੀਂ ਬਠਿੰਡੇ ਤੋਂ ਜਿੱਤਦੇ, ਅਗਰ ਤੁਸੀਂ ਇੱਥੇ ਜਿੱਦੇ ਚੰਦੂਮਾਜਰਾ ਸਾਹਿਬ ਦੇ ਏਰੀਆ ਦੇ ਵਿੱਚ ਜਿੱਤਦੇ, ਫਿਰ ਤਾਂ ਮੈਂ ਮੰਨ ਲੈਂਦਾ ਕਿ ਤੁਹਾਡੀ ਵੱਡੀ ਲੀਡਰਸ਼ਿਪ ਜਿੱਤੀ ਆ। ਤੁਹਾਡੀ ਵੱਡੀ ਲੀਡਰਸ਼ਿਪ ਦੇ ਜਿੱਥੇ ਜਿੱਥੇ ਖੜਦੇ ਨੇ, ਉੱਥੇ ਤਾਂ ਸਾਰੇ ਰਿਜੈਕਟ ਕੀਤੇ ਨੇ ਲੋਕਾਂ ਨੇ, ਉਹਨਾਂ ਦੇ ਫੇਸਸ ਰਿਜੈਕਟ ਕੀਤੇ ਨੇ। ਇਹ ਲੋਕਲ ਫੇਸਸ ਜਿੱਤੇ ਨੇ, ਇਸ ਕਰਕੇ ਇਸ ਬਹੁਤੀ ਆਸਬੰਦ ਨਾ ਹੋਵੋ। ਆਉਣ ਵਾਲੀ ਜਿਹੜੀ 2022 ਦੀ ਲੜਾਈ ਆ, ਉੱਥੇ ਦੱਸਾਂਗੇ ਕਿਸ ਭਾਅ ਵਿਕਦੀ ਆ। ਠੀਕ ਹੈ, ਸਾਧੂ ਸਿੰਘ ਬਰਾੜ, ਇੱਕ ਮਿੰਟ ਬਰਾੜ ਸਾਹਿਬ, ਮੈਂ ਤੁਹਾਡੇ ਤੋਂ ਵਾਪਸ ਰਿਪਲਾਈ ਲੈ ਲਾਂਗਾ। ਸਾਧੂ ਸਿੰਘ ਬਰਾੜ ਸਾਹਿਬ, ਇਸ ਓਵਰਆਲ ਚੋਣ ਨਤੀਜਿਆਂ ਨੂੰ ਅਕਸਰ ਹੀ ਇੱਕ ਧਾਰਨਾ ਵੀ ਬਣੀ ਹੋਈ ਹੈ, ਮੈਂ ਅਕਸਰ ਡਿਬੇਟ ਦੇ ਵਿੱਚ ਚਰਚਾ ਕਰਦਾ ਹੁੰਦਾ ਕਿ ਵਿਰੋਧੀ ਧਿਰਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਹੈ ਕਿ ਯਾਰ ਇਹ ਵਾਲੀ ਇਲੈਕਸ਼ਨ ਤਾਂ ਜਿਹੜੀ ਸੱਤਾਧਾਰੀ ਧਿਰ ਹੈ ਉਹਦੀ ਉਹ ਹੋਣੀ ਹੈ, ਪਰ ਫਿਰ ਵੀ ਆਪਣੇ ਕੈਡਰ ਵਰਕਰ ਨੂੰ ਨਿਯਮਬੱਧ ਕਰਨ ਦੇ ਲਈ, ਆਪਣੇ ਕੈਡਰ ਵਰਕਰ ਦਾ ਮਨੋਬਲ ਉੱਚਾ ਕਰਨ ਦੇ ਲਈ ਇਹ ਇਲੈਕਸ਼ਨ ਲੜੀ ਜਾਂਦੀ ਹੈ, ਔਰ ਵਧੀਆ ਤਰੀਕੇ ਨਾਲ ਲੜੀ ਜਾਂਦੀ ਹੈ। ਇਹ ਚੋਣ ਨਤੀਜੇ ਕਿੰਨੇ ਕੁ ਤੁਹਾਨੂੰ ਲੱਗਦਾ ਕਿ ਉਮੀਦਾਂ ਤੋਂ ਪਰੇ ਸੀ, ਜਾਂ ਕਿੰਨੇ ਕੁ ਆਸਾਂ ਤੋਂ ਪਰੇ ਸੀਗੇ?
ਦੇਖੋ ਜੀ, ਇੱਕ ਜਿਵੇਂ ਜਿਵੇਂ ਅੰਕੜੇ ਸਾਹਮਣੇ ਆ ਗਿਆ ਨਾ, ਉਹਦੇ ਤੋਂ ਇੱਕ ਚੀਜ਼ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਇਹ ਚੋਣਾਂ ਬਿਲਕੁਲ ਨਿਰਪੱਖ ਨਹੀਂ ਹੋਈਆਂ। ਬੜਾ ਸਵਾਦ ਆਉਣਾ ਸੀ ਜੇ ਕਿਤੇ ਚੋਣਾਂ ਨਿਰਪੱਖ ਹੁੰਦੀਆਂ, ਤੁਸੀਂ ਹੈਰਾਨ ਰਹਿ ਜਾਓਗੇ, ਨਤੀਜੇ ਬਿਲਕੁਲ ਹੀ ਕੁਛ ਦੇ ਕੁਛ ਹੋਣੇ ਸੀ। ਇਹ ਮੇਰਾ ਵਿਸ਼ਵਾਸ ਆ। ਮੈਂ ਸਵੇਰ ਦਾ ਜੋ ਅੰਕੜੇ ਮੈਂ ਦੇਖੇ ਆ, ਜਿਸ ਤਰ੍ਹਾਂ ਦੇ ਜਿੱਤ ਹੈ, ਜਿੰਨੀਆਂ ਵੋਟਾਂ ਪਈਆਂ ਜਾਂ ਜੋ ਵਿਰੋਧੀ ਧਿਰ ਦੀਆਂ, ਉਹ ਨਿਰਪੱਖ ਚੋਣਾਂ ਨਹੀਂ ਕਹੀਆਂ ਜਾ ਸਕਦੀਆਂ। ਲੇਕਿਨ ਇੱਕ ਚੀਜ਼ ਆ ਰਹੀ ਹੈ, ਤੁਸੀਂ ਦੇਖੋ ਵੀ 2300 ਵਾਰਡਾਂ ਦੇ ਵਿੱਚੋਂ 509 ਵਾਰਡਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਾਂ ਤਾਂ ਪੇਪਰ ਭਰ ਨਹੀਂ ਦਿੱਤੇ ਤੇ ਜਾਂ ਖਾਰਜ ਰੱਦ ਕਰ ਦਿੱਤੇ। ਹੁਣ ਤੁਸੀਂ ਮੈਨੂੰ ਦੱਸੋ ਵੀ 20-25% 22% ਸੀਟਾਂ ਤਾਂ ਪਹਿਲਾਂ ਹੀ ਉਹਨਾਂ ਨੇ ਮੁੱਖ ਜਿਹੜੀ ਧਿਰ ਸੀ ਜਿਹਨੇ ਟੱਕਰ ਦੇਣੀ ਸੀ ਉਮੀਦਵਾਰਾਂ ਨੇ ਜਿੱਥੇ, ਉਹਨਾਂ ਨੂੰ ਬਾਹਰ ਕਰਤਾ। 25% ਦੇ 2300 ਦੇ ਵਿੱਚੋਂ ਤੁਸੀਂ ਮੰਨ ਕੇ ਚੱਲੋ ਵੀ 300-400 ਜਿਹੜੇ ਵਾਰਡ ਸੀ ਉਹ ਤਾਂ ਐਂ ਨਿਕਲ ਗਏ ਹੈ ਜੀ। ਫਿਰ ਵੀ ਅਕਾਲੀ ਦਲ 300 ਵਾਰਡਾਂ ਤੋਂ ਉੱਪਰ ਜਿੱਤ ਪ੍ਰਾਪਤ ਕਰ ਗਿਆ। ਅਕਾਲੀ ਦਲ ਨੇ ਆਪਣਾ ਮੁੜ ਕੇ ਇੰਨੇ ਸੰਕਟਾਂ ਦੇ ਵਿੱਚ, ਜਿਹਨੂੰ ਇਹ ਮੰਨਿਆ ਜਾਂਦਾ ਸੀ ਕਿ ਇਹ ਪਾਰਟੀ ਤੇ ਹੁਣ ਇਹਦਾ ਕੰਮ ਸਾਫ਼ ਹੈ, ਲੇਕਿਨ ਉਹ ਪਾਰਟੀ ਉੱਭਰ ਆਈ ਹੈ। ਉਸ ਪਾਰਟੀ ਨੇ ਆਪਣਾ ਜਿਹੜਾ ਨਾ ਆਧਾਰ ਪੂਰਾ ਜੋੜ ਕੇ ਰੱਖਿਆ, ਉਹਦਾ ਕਾਡਰ ਵੀ ਰਲ ਰਿਹਾ। ਜੇ ਸੱਚਮੁੱਚ ਹੀ ਜੇ ਚੋਣ ਨਿਰਪੱਖ ਹੁੰਦੀ, ਚੋਣ ਕਮਿਸ਼ਨ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਅੰਡਰ ਹੁੰਦੀ, ਤਾਂ ਫਿਰ ਤੁਸੀਂ ਵੇਖਦੇ ਹੋ ਨਤੀਜੇ। ਅੱਜ ਵੀ ਮੇਰਾ ਵਿਸ਼ਵਾਸ ਹੈ ਕਿ ਤੁਸੀਂ 2022 ਦੀਆਂ ਜਦੋਂ ਇਲੈਕਸ਼ਨ ਆਉਣਗੀਆਂ, ਖੈਰ ਚੋਣਾਂ ਦਾ 15 ਦਿਨ 'ਚ ਪਤਾ ਨਹੀਂ ਕੀ ਕੁਛ ਦਾ ਕੁਛ ਹੋ ਜਾਂਦਾ ਹੈ, ਪਰ ਅੱਜ ਦੀ ਸਥਿਤੀ ਨੂੰ ਸਾਹਮਣੇ ਰੱਖ ਕੇ ਮੇਰਾ ਇਹ ਵਿਸ਼ਵਾਸ ਹੈ ਬਿਲਕੁਲ ਨਿਰਪੱਖ ਤੌਰ ਤੇ ਕਿ ਅਕਾਲੀ ਦਲ ਨੇ ਬਹੁਤ ਵੱਡੀ ਇੱਜ਼ਤ ਪ੍ਰਾਪਤ ਕਰਨੀ। ਠੀਕ ਹੈ ਬਰਾੜ ਸਾਹਿਬ, ਇਹ ਗੱਲ ਦੱਸੋ, ਇਹ ਜਿਹੜੇ ਚੋਣ ਨਤੀਜੇ ਨੇ, ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਧਿਰ ਹੈ, ਇਹਨੇ ਆਹ ਸੀਟਾਂ, ਪਰ ਦੂਜੇ ਪਾਸੇ ਸੱਤਾਧਾਰੀ ਧਿਰ ਨੇ ਤਾਂ ਕਲੀਨ ਸਵੀਪ ਜਿੱਤ ਹਾਸਲ ਕੀਤੀ ਹੈ। ਜੇ ਇਹਨਾਂ ਦਾ ਮਨੋਬਲ ਵਧੇਗਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਸੱਤਾਧਾਰੀ ਧਿਰ ਦਾ ਮਨੋਬਲ ਵਧੇਗਾ? ਜਿਹੜੀ 7 ਨਿਗਮ ਜਿੱਤ ਜਾਂਦੀ ਹੈ, 8ਵੀਂ ਦੇ ਨਤੀਜੇ ਆਣੇ ਨੇ ਹਲੇ, ਇਹਦਾ ਮਨੋਬਲ ਫਿਰ ਕਾਂਗਰਸ ਤਾਂ ਕਹੇਗੀ ਦੇਖੋ ਇਹ ਸੈਮੀਫਾਈਨਲ ਅਸੀਂ ਜਿੱਤ ਗਏ, ਫਾਈਨਲ ਵੀ ਸਾਡਾ। ਨਹੀਂ, ਮਨੋਬਲ ਤਾਂ ਵਧੇ ਨਾ ਜੇ ਜਿੱਤੀਆਂ ਹੋਣ। ਹੁਣ ਜਦੋਂ 500 ਬੰਦਿਆਂ ਦੇ ਪੇਪਰ ਰੱਦ ਕਰਕੇ ਜਾਂ ਉਹਨੂੰ ਪਤਾ ਕਿ ਅੰਦਰਲੇ ਖਾਤੇ ਉਹਨਾਂ ਨੂੰ ਪਤਾ ਵੀ ਅਸੀਂ ਜਿੱਤੇ ਨਹੀਂ ਹੈ, ਤੁਸੀਂ ਆਪਣੀ ਉਹ ਤੇ ਜੇ ਸੱਚਮੁੱਚ ਜੇ ਕਾਂਗਰਸ ਨੂੰ ਸੱਚਮੁੱਚ ਯਕੀਨ ਹੁੰਦਾ ਤੇ ਪੇਪਰ ਰੱਦ ਕਰਨ ਦੀ ਕੀ ਲੋੜ ਸੀ? ਹੁਣ ਮੈਂ ਬਿਲਕੁਲ ਜੋ ਮਰਜ਼ੀ ਪਾਰਟੀ ਵਾਲਿਆਂ ਨੇ ਤਾਂ ਦਾਅਵਾ ਕਰਨਾ ਹੁੰਦਾ ਹਰੇਕ ਨੇ, ਲੇਕਿਨ ਮੇਰੀ ਆਦਤ ਹੈ ਕਿ ਮੈਂ ਬਿਲਕੁਲ ਸਪਸ਼ਟ ਗੱਲ ਦੱਸ ਦਿੰਦਾ ਹੁੰਦਾ, ਕਹਿ ਦਿੰਦਾ ਜੋ ਮੇਰੇ ਮਨ 'ਚ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਜਿਸ ਕਿਸਮ ਦੀਆਂ ਚੋਣਾਂ, ਹਰਪ੍ਰੀਤ ਜੀ ਤੁਸੀਂ ਵੀ ਮੰਨਦੇ ਹੋ ਬਈ ਇਹ ਕੋਈ ਚੋਣਾਂ ਨਿਰਪੱਖ ਹੈ? ਹਰ ਬੰਦਾ ਡਰਦਾ ਸੀਗਾ ਕਿਸੇ ਬੰਦੇ ਨੂੰ ਪੇਪਰ ਜਦੋਂ ਕੁੱਟ ਕੇ ਬੰਦਿਆਂ ਨੂੰ ਬਾਹਰ ਕੱਢ ਦੇਣਾ। ਭਾਜਪਾ ਨੂੰ ਇੱਕ ਚੀਜ਼ ਹੋਰ ਹੋਈ ਹੈ ਕਿ ਭਾਜਪਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨ ਅੰਦੋਲਨ ਦਾ, ਉਹਦਾ ਫਾਇਦਾ ਹੋਇਆ ਕਾਂਗਰਸ ਨੂੰ। ਆਪ ਵੀ ਇਸ ਇਲੈਕਸ਼ਨ ਦੇ ਵਿੱਚ ਲੂਜ਼ ਕਰ ਗਈ ਹੈ। ਜੋ ਉਹਦੀ ਚੜ੍ਹਤ ਸੀਗੀ 2017 ਵਾਲੀ, ਉਹ ਇਹਨਾਂ 'ਚ ਨਜ਼ਰ ਨਹੀਂ ਆਈ ਕਿਤੇ। ਠੀਕ ਹੈ ਸਵੈਤ ਸਾਹਿਬ, ਇਸ ਗੱਲ ਦਾ ਜਵਾਬ ਦਿਓਗੇ? ਇਹ ਜਿਹੜੀ ਗੱਲ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਜੇਕਰ ਪਹਿਲਾਂ ਵੀ ਇਹ ਇਲਜ਼ਾਮ ਲੱਗਦੇ ਰਹੇ ਕਿ ਕਾਂਗਰਸ ਪਾਰਟੀ ਨੂੰ ਵੀ ਪਤਾ ਲੱਗ ਗਿਆ ਸਾਡਾ ਆਧਾਰ ਖੁੱਸ ਗਿਆ, ਅਸੀਂ ਜਿਹੜੇ ਪ੍ਰੋਮਿਸਿਸ ਕੀਤੇ ਸੀ ਉਹ ਪੂਰੇ ਨਹੀਂ ਕਰ ਪਾਏ, ਔਰ ਜੇਕਰ ਇਹ ਚੋਣਾਂ ਵੀ ਅਸੀਂ ਹਾਰ ਗਏ ਤਾਂ ਘੱਟੋ ਘੱਟ ਸਾਡਾ ਉਹ ਬੁਨਿਆਦੀ ਹੱਕ ਹੀ ਚਲਾ ਜਾਏਗਾ ਕਿ ਤੁਸੀਂ ਰੂਲ ਕਰਨ ਜੋਗੇ ਹੈਗੇ ਹੋ। ਇਸ ਕਰਕੇ ਬਾਏ ਹੁੱਕ ਐਂਡ ਬਾਏ ਕਰੂਕ ਇਹ ਚੋਣਾਂ ਜਿੱਤਣੀਆਂ ਪੈਣੀਆਂ ਹੀ ਸੀ ਜੇ 2022 ਦੇ ਵਿੱਚ ਮੁਕਾਬਲੇ 'ਚ ਖੜਨਾ ਹੈ। ਬਹੁਤ ਵੱਡੀ ਤੋਹੀਨ ਕਰ ਰਹੇ ਹੋ ਇਹ ਕਹਿ ਕੇ ਨਾ ਕਿ ਚੋਣਾਂ ਨਿਰਪੱਖ ਨਹੀਂ ਹੋਈਆਂ। ਇਹ ਤੋਹੀਨ ਤੁਸੀਂ ਕਿਹਦੀ ਕਰ ਰਹੇ ਹੋ? ਵੋਟਰਾਂ ਦੀ ਕਰ ਰਹੇ ਹੋ। ਅਗਰ ਨਿਰਪੱਖ ਵੋਟਾਂ ਨਾ ਪੈਂਦੀਆਂ ਆਜ਼ਾਦ ਜਿੱਤ ਜਾਂਦੇ, ਆਮ ਆਦਮੀ ਦੇ ਪਾਰਟੀ ਜਿਹੜੇ ਬੰਦੇ ਜਿੱਤ ਜਾਂਦੇ, ਬਾਕੀ ਹੋਰ ਅਕਾਲੀ ਦਲ ਦੇ ਬਾਕੀ ਪਾਰਟੀ ਜਿੱਤੇ ਉਹ ਜਿੱਤ ਜਾਂਦੇ। ਸੋ ਬਾਰ-ਬਾਰ ਇਸ ਗੱਲ ਨੂੰ ਦੁਹਰਾਉਣਾ ਕਿ ਚੋਣਾਂ ਨਿਰਪੱਖ ਨਹੀਂ ਹੋਈਆਂ, ਜੇ ਨਿਰਪੱਖ ਹੁੰਦੀਆਂ ਫਿਰ ਇਹ ਹੋ ਜਾਣਾ ਸੀ। ਫਿਰ ਬਿਲਕੁਲ ਅਨਿਲ ਸਰੀਨ ਹੋਰਾਂ ਨੇ ਇਹ ਕਿਹਾ ਕਿ ਬੜੀਆਂ ਸਾਰੀਆਂ ਵੀਡੀਓ ਵੀ ਦਿਖਾਈਆਂ ਜਿਹਦੇ 'ਚ ਤੁਸੀਂ ਕਿਸਾਨਾਂ ਦੇ ਆੜ ਦੇ ਵਿੱਚ ਤੁਹਾਡੇ ਕਾਂਗਰਸ ਦੇ ਬੰਦੇ ਪ੍ਰੋਟੈਸਟ ਕਰਦੇ ਰਹੇ, ਇਹਨਾਂ ਦੇ ਪਰਚੇ ਦਾਖਲ ਨਹੀਂ ਹੋਣ ਦਿੱਤੇ, ਉਹਨਾਂ ਦੇ ਹੱਥ 'ਚ ਪਰਚੇ ਵੀ ਫੜੇ ਹੋਏ ਨੇ, ਪੋਸਟਰ ਫੜੇ ਹੋਏ ਨੇ ਕਿ ਕਾਂਗਰਸ ਦੇ ਬੰਦੇ ਸੀ। ਅਗਰ ਭਾਜਪਾ ਹੁਣ ਵੀ ਨਹੀਂ ਸਮਝ ਰਹੀ, ਹੁਣ ਵੀ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਾਂਗਰਸ ਪਾਰਟੀ ਗੁੰਮਰਾਹ ਕਰ ਰਹੀ ਹੈ, ਭੜਕਾ ਰਹੀ ਹੈ ਤੇ ਕਿਸਾਨਾਂ ਦੇ ਉਹਨਾਂ ਦੇ ਕੱਪੜੇ ਪਾ ਕੇ, ਉਹਨਾਂ ਦੇ ਝੰਡੇ ਲੈ ਕੇ ਇਹਨਾਂ ਵੋਟਾਂ ਦੇ ਵਿੱਚ ਮਿਸਯੂਜ਼ ਕਰ ਰਹੀ ਹੈ, ਤਾਂ ਇਹ ਮੁਗਾਲਤਾ, ਇਹ ਭੁਲੇਖਾ ਭਾਜਪਾ ਵਾਸਤੇ ਬਹੁਤ ਖਤਰਨਾਕ ਹੋਏਗਾ। ਭਾਜਪਾ ਦੇ ਬੰਦੇ ਤਾਂ ਇਹ ਵੀ ਕਹਿੰਦੇ ਨੇ
कि ये छोटी सी स्टेट के मुट्ठी भर लोग यहाँ दिल्ली में आके मुजाहरा आंदोलन कर रहे हैं, क्या ये ठीक है? ਉੱਥੇ ਦਿੱਲੀ ਤਾਂ यूपी ਦੇ ਬੈਠੇ ਨੇ, ਰਾਜਸਥਾਨ ਦੇ, ਮੱਧ ਪ੍ਰਦੇਸ਼ ਦੇ, ਕਰਨਾਟਕਾ ਦੇ, ਤੁਸੀਂ ਅੱਜ ਦੇ ਅਖਬਾਰ ਦੇਖ ਲਓ, ਆਂਧਰਾ ਪ੍ਰਦੇਸ਼ ਦੇ ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੜਕਾਂ ਤੇ ਕਿਸਾਨ ਉੱਥੇ ਮੁਜ਼ਾਹਰੇ ਕਰ ਰਹੇ ਨੇ। ਹਜੇ ਵੀ अच्छा सैयद साहब एक छोटा जिहा सवाल मैं ब्रेक ते जाना, एक छोटा जिहा सवाल सैयद साहब ਤੁਹਾਨੂੰ ਜੇ ਇਹਨਾਂ ਨੂੰ ਨੁਕਸਾਨ ਹੋਇਆ, ਤੁਹਾਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਦਾ ਤੁਹਾਨੂੰ ਫਾਇਦਾ ਹੋਇਆ, ਤੁਹਾਡੀ ਪਾਰਟੀ ਨੂੰ ਫਾਇਦਾ ਹੋਇਆ? ਦੇਖੋ ਮੈਂ ਇਹ ਗੱਲ ਕਰਾਂਗਾ, ਜਿਹੜੇ ਅੰਦੋਲਨ ਦਾ ਫਾਇਦਾ ਨੁਕਸਾਨ ਪੋਲੀਟੀਕਲੀ ਫਰਕ ਪੈਂਦਾ ਹੁੰਦਾ ਹੈ, ਫਿਰ ਵੀ ਪੈਣਾ ਹੈ। ਜੋ ਮਸਲੇ ਹੁੰਦੇ ਨੇ, ਜੋ ਅੰਦੋਲਨ ਚੱਲਦੇ ਨੇ, ਕਿਤੇ ਨਾ ਕਿਤੇ ਅਸਰ ਜ਼ਰੂਰ ਹੁੰਦਾ। ਜੇ ਮੈਂ ਇਹ ਗੱਲ ਨਹੀਂ ਕਵਾਂਗਾ ਤਾਂ ਮੈਂ ਸੱਚ ਨਹੀਂ ਬੋਲ ਰਿਹਾ ਹੋਵਾਂਗਾ, ਅਸਰ ਜ਼ਰੂਰ ਪੈਂਦਾ ਹੈ। ਲੇਕਿਨ ਇਹਦੇ ਨਾਲ ਜੋ ਸੂਬੇ ਦੇ ਹਾਲਾਤ ਨੇ, ਜੋ ਲੋਕ ਸਾਡੇ ਪੰਜਾਬ ਦੇ ਨੇ, ਬਹੁਤ ਸਮਝਦਾਰ ਨੇ, ਬਹੁਤ ਸਿਆਣੇ ਨੇ, ਜੋ ਸੋਚ ਵਿਚਾਰ ਕੇ ਉਹਨਾਂ ਨੇ ਫੈਸਲਾ ਕੀਤਾ। ਕਾਂਗਰਸ ਸਰੀਨ ਸਾਹਿਬ ਹੁਣੇ ਤੁਸੀਂ ਸੁਣਿਆ ਹੋਣਾ ਕਿ ਕਾਂਗਰਸ ਬੁਲਾਰ ਨੇ ਕੀ ਕਿਹਾ, ਜੇ ਹਾਲੇ ਵੀ ਦੀਵਾਰ ਤੇ ਲਿਖਿਆ ਹੋਇਆ ਤੁਹਾਨੂੰ ਨਹੀਂ ਦਿਖਦਾ ਤੇ ਤੁਹਾਨੂੰ ਹੋਰ ਕੋਈ ਦਿਖਾ ਨਹੀਂ ਸਕਦਾ। ਇਹ ਤੋਂ ਵੱਧ ਹੁਣ ਹੋਰ ਸਫਾਈ ਤੁਹਾਡੇ ਸਾਹਮਣੇ ਨਹੀਂ ਪੇਸ਼ ਕੀਤੀ ਜਾ ਸਕਦੀ ਕਿ ਪੰਜਾਬ ਦੇ ਲੋਕ ਹੁਣ ਚਾਹੁੰਦੇ ਕੀ ਨੇ, ਪੰਜਾਬ ਦੇ ਲੋਕ ਕਿਸਾਨਾਂ ਨਾਲ ਜੁੜੇ ਹੋਏ ਨੇ। ਇਹ ਤੋਂ ਵਧੀਆ ਸਾਫ਼ ਤਰੀਕੇ ਨਾਲ ਹੋਰ ਤੁਹਾਨੂੰ ਨਹੀਂ ਸਮਝਾਇਆ ਜਾ ਸਕਦਾ, ਇਹ ਕਾਂਗਰਸ ਕਹਿ ਰਹੀ ਹੈ। ਹਰਪ੍ਰੀਤ ਜੀ, ਜਿੱਥੇ ਤੱਕ ਕਿਸਾਨਾਂ ਦਾ ਸਵਾਲ ਹੈ, ਉਹਨਾਂ ਦੀਆਂ ਇਸ਼ੂਜ਼ ਦੇ ਉੱਤੇ ਸਾਡੀ ਸਰਕਾਰ ਗੰਭੀਰ ਹੈ ਔਰ ਵਾਰਤਾ ਅੱਗੇ ਵੀ ਚੱਲੀ, ਅੱਗੇ ਵੀ ਉਹਨਾਂ ਨੂੰ ਸੱਦਾ ਦਿੱਤਾ ਹੋਇਆ ਹੈ। ਨਹੀਂ ਸਰੀਨ ਸਾਹਿਬ, ਮੈਂ ਇੱਕ ਗੱਲ ਦਾ ਜਵਾਬ ਦਿਓ ਨਾ, ਇੱਕ ਛੋਟਾ ਜਿਹਾ ਤੁਸੀਂ ਕਾਂਗਰਸ ਭੁੱਲ ਜਾਓ, ਇੱਕ ਮਿੰਟ ਕਾਂਗਰਸ ਛੱਡ ਦਿਓ, ਇੱਕ ਕਾਂਗਰਸ ਛੱਡ ਦੇਣਾ ਨਾ, ਮੈਂ ਕਾਂਗਰਸ ਛੱਡ ਦੇਣਾ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਇੱਕ ਗੱਲ ਦਾ, ਕੀ ਕਿਸਾਨੀ ਮੁੱਦਿਆਂ ਦਾ, ਕਿਸਾਨੀ ਇਸ਼ੂ ਦਾ, ਕਿਸਾਨੀ ਸੰਘਰਸ਼ ਦਾ ਇਸ ਚੋਣ ਤੱਕ ਕੋਈ ਫਰਕ ਹੀ ਨਹੀਂ ਪਿਆ? ਮਤਲਬ ਕੋਈ ਕਿਸੇ ਪੰਜਾਬੀ ਨੇ ਧਿਆਨ ਹੀ ਨਹੀਂ ਦਿੱਤਾ? ਮੈਨੂੰ ਨਹੀਂ ਹਰਪ੍ਰੀਤ ਜੀ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਚੁਣਾਵ ਤਾਂ ਸਹੀ ਹੁੰਦਾ ਜੇ ਉਹ ਲੈਵਲ ਪਲੇਇੰਗ ਫੀਲਡ ਤੇ ਹੁੰਦਾ। ਆ ਮੈਂ ਤੁਹਾਨੂੰ ਪੋਸਟਰ ਦਿਖਾ ਰਿਹਾ, ਜੇ ਕਿਰਪਾ ਕਰਕੇ ਇਹਨੂੰ ਆਪਣੀ ਸਕਰੀਨ ਤੇ ਦਿਖਾ ਸਕੋ। ਬਿਲਕੁਲ ਦਿਖਾ ਰਹੇ ਹਾਂ। ਆ ਦੇਖੋ, ਇਹ ਕਾਂਗਰਸ ਦੇ ਬਲਾਕ ਸਮਿਤੀ ਦੇ ਪ੍ਰਧਾਨ ਨੇ ਝੰਡਾ ਕਾਂਗਰਸ ਦਾ ਫੜਿਆ ਹੋਇਆ ਹੈ। ਆ ਪਿੰਕੀ ਦੇ ਨਾਲ ਉਹਨਾਂ ਦੀ ਫੋਟੋ ਪੋਸਟਰਸ ਦੇ ਉੱਤੇ ਹੈਗੀ ਹੈ। ਔਰ ਉਹਦੇ ਇਲਾਵਾ ਆ ਤੁਸੀਂ ਦੇਖੋ ਕਿਸਾਨੀ ਦਾ, ਇਹ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਅਟੈਕ ਕਰਦੇ ਪਏ ਨੇ। ਹੁਣ ਮੈਨੂੰ ਇਹ ਦੱਸੋ, ਜਿੱਥੇ ਤੁਸੀਂ ਇਸ ਤਰੀਕੇ ਦੇ ਨਾਲ ਕਾਂਗਰਸ ਤਸ਼ੱਦਦ ਕਰੇਗੀ, ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਉਹਦੇ ਨੇਤਾਵਾਂ ਨੂੰ ਕੰਪੇਨ ਨਹੀਂ ਕਰਨ ਦੇਗੀ, ਕਿਹੜਾ ਲੈਵਲ ਪਲੇਇੰਗ ਫੀਲਡ ਹੋ ਗਿਆ ਹੈ? ਫਿਰੋਜ਼ਪੁਰ ਛੱਡ ਦੇਣਾ ਨਾ, ਫਿਰੋਜ਼ਪੁਰ ਛੱਡ ਦਿਓ, ਬਾਕੀ ਪੂਰਾ ਪੰਜਾਬ। ਵੀਡੀਓ ਭੇਜੀ ਹੈ ਵਾਰਡ ਨੰਬਰ 4 ਅਬੋਰ ਦੀ, ਮੇਰੇ ਇੱਕ ਮਿੰਟ ਹਰਪ੍ਰੀਤ ਜੀ, ਵਾਰਡ ਨੰਬਰ 4 ਅਬੋਰ ਦੀ ਇੱਕ ਵੀਡੀਓ ਭੇਜੀ ਹੈ। ਸਾਡੀ ਕੈਂਡੀਡੇਟ ਊਸ਼ਾ ਸਬਰਵਾਲ ਉੱਥੇ, ਉਹਨੂੰ ਜਦੋਂ ਇੱਥੇ ਬੂਥ ਕੈਪਚਰ ਕੀਤਾ ਗਿਆ, ਉਹਨੇ ਵਿਰੋਧ ਕੀਤਾ। ਇੱਕ ਕੱਲੀ ਮਹਿਲਾ ਨੂੰ 10 ਕਾਂਗਰਸੀ ਗੁੰਡੇ ਵਿੱਚ ਉਮੀਦਵਾਰ ਸਮੇਤ ਪੁਲਿਸ ਦੀ ਹਾਜ਼ਰੀ 'ਚ ਉਹਦੇ ਨਾਲ ਹੱਥਾਪਾਈ ਕਰਦੇ ਪਏ ਨੇ। ਮੈਂ ਤੁਹਾਨੂੰ ਵੀਡੀਓ ਭੇਜੀ ਹੈ, ਮੇਰੀ ਬੇਨਤੀ ਹੈ ਉਹ ਦਿਖਾ ਦਿਓ, ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਚੋਣਾਂ ਕਿੰਨੀਆਂ ਨਿਰਪੱਖ ਹੋਈਆਂ ਨੇ, ਕਿੱਥੇ ਲੈਵਲ ਪਲੇਇੰਗ ਫੀਲਡ ਹੋਈ ਹੈ। ਮੇਰੀ ਇੱਕ ਬੇਨਤੀ, ਉਹ ਵੀਡੀਓ ਇੱਕ ਦਿਖਾ ਦਿਓ, ਕਿਉਂਕਿ ਸਵੈਸਾ ਬਹੁਤ ਸਿਆਣੇ ਔਰ ਸੁਲਝੇ ਨੇ, ਔਰ ਉਹ ਵੀਡੀਓ ਦੇਖਣ ਦੇ ਬਾਅਦ ਇਹ ਆਪ ਦੱਸ ਦੇਣਗੇ ਕਿ ਚੋਣਾਂ ਕਿੰਨੀਆਂ ਕਿ ਨਿਰਪੱਖ ਹੋਈਆਂ ਨੇ। ਮੇਰੀ ਬੇਨਤੀ ਹੈ। ਅੱਛਾ ਸਰੀਨ ਸਾਹਿਬ ਇੱਕ ਗੱਲ ਤਾਂ ਜਵਾਬ ਦਿਓਗੇ, ਛੋਟਾ ਜਿਹਾ ਸਵਾਲ ਦਾ ਜਵਾਬ। ਤੁਸੀਂ ਕਹਿੰਦੇ ਹੋ ਕਿ ਧੱਕਾ ਹੋਇਆ ਚੋਣਾਂ ਦੇ ਵਿੱਚ, ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਧੱਕਾ ਹੋਇਆ, ਪਰ ਇਹ ਸਾਰੀਆਂ ਪਾਰਟੀਆਂ ਲਈ ਧੱਕਾ ਹੋਇਆ ਨਾ, ਇਹਨਾਂ ਪਾਰਟੀਆਂ ਦਾ ਪ੍ਰਦਰਸ਼ਨ ਤੁਹਾਡੇ ਤੋਂ ਵਧੀਆ ਕਿਵੇਂ ਰਿਹਾ? ਇਸ ਗੱਲ ਦਾ ਮਤਲਬ ਮੈਨੂੰ ਸਮਝਾ ਦਿਓ। ਅਰਬਨ ਏਰੀਆਜ਼ ਅਕਸਰ ਮੰਨੇ ਜਾਂਦੇ ਸੀ ਕਿ ਬੀਜੇਪੀ ਦੇ ਨੇ, ਧੱਕਾ ਹੋ ਗਿਆ, ਅਕਾਲੀ ਦਲ ਲਈ ਵੀ ਧੱਕਾ ਹੋਵੇ, ਆਮ ਆਦਮੀ ਪਾਰਟੀ ਲਈ ਵੀ ਧੱਕਾ ਹੋਵੇ, ਤੁਹਾਡਾ ਪ੍ਰਦਰਸ਼ਨ ਇਹਨਾਂ ਦੋਵਾਂ ਪਾਰਟੀਆਂ ਤੋਂ ਥੱਲੇ ਕਿਵੇਂ ਚਲਾ ਗਿਆ? ਹਰਪ੍ਰੀਤ ਜੀ, ਉਹਦਾ ਕਾਰਨ ਮੈਂ ਦੱਸਿਆ ਨਾ, ਸਾਡੇ ਨਾ ਕੈਂਡੀਡੇਟਸ ਨੂੰ ਕਾਂਗਰਸੀ ਗੁੰਡਿਆਂ ਨੇ ਕੰਪੇਨ ਕਰਨ ਦਿੱਤੀ, ਇਹਨਾਂ ਨੂੰ ਉਮੀਦਵਾਰ ਕਰਨ ਦਿੱਤੀ, ਇਹਨਾਂ ਨੂੰ ਉਮੀਦਵਾਰ ਕਰਨ ਦਿੱਤੀ, ਖਾਲੀ ਇਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਨਹੀਂ ਕਰਨ ਦੇਣੀ, ਬਾਕੀਆਂ ਨੂੰ ਕਰਨ ਦਿਓ। ਮੈਂ ਤਾਂ ਤੁਹਾਨੂੰ ਦੱਸਦੇ ਪਿਆ ਜੀ, ਮੈਨੂੰ ਇੱਕ ਚੀਜ਼ ਦੱਸੋ, ਜਿੱਥੇ ਜੇ ਅਸ਼ਵਨੀ ਸ਼ਰਮਾ ਜੀ ਕੰਪੇਨ ਕਰਨਗੇ, ਉੱਥੇ ਉਸ ਦਿਨ ਦੀ ਫੋਟੋ ਦਿਖਾ ਰਿਹਾ ਤੁਹਾਨੂੰ, ਇਹ ਉਸ ਦਿਨ ਦੀ ਫੋਟੋ ਹੈ ਜਦੋਂ ਅਸ਼ਵਨੀ ਸ਼ਰਮਾ ਤੇ ਕਾਂਗਰਸੀਆਂ ਨੇ ਅਟੈਕ ਕੀਤਾ, ਔਰ ਨਾ ਕਿਹਦਾ ਲਿੱਤਾ, ਕਿਸਾਨੀ ਦਾ। ਹੁਣ ਇਹ ਰਾਜਨੀਤੀ ਕਿਹੜੀ ਹੈ ਤੁਸੀਂ ਦੱਸ ਦਿਓ ਨਾ। ਆਹ ਲਓ, ਮੈਂ ਤੁਹਾਡੇ ਹੋਰ ਕੋਲ ਕਰਦਾ, ਆਹ ਸੁਖਵਿੰਦਰ ਸਿੰਘ ਬਲਾਕ ਸਮਿਤੀ ਦਾ ਪ੍ਰਧਾਨ ਹੈ ਇਹਨਾਂ ਦਾ। ਠੀਕ ਹੈ ਬਿਲਕੁਲ। ਹੁਣ ਦੱਸੋ, ਆਹ ਕਿਸਾਨੀ ਦਾ ਝੰਡਾ ਫੜਿਆ, ਇਹ ਕਿਸਾਨੀ ਅੰਦੋਲਨ ਹੈ, ਇਹ ਕਿਸਾਨਾਂ ਨੇ ਕੀਤਾ। ਅੱਛਾ ਚਲੋ, ਹੁਣ ਮੈਨੂੰ ਮੈਂ ਜਵਾਬ ਲੈਣਾ, ਭਾਰਤੀ ਜਨਤਾ ਪਾਰਟੀ ਇੱਕ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਸੀ ਇਹਨਾਂ ਦੀ, ਇਹਨਾਂ ਚੋਣਾਂ 'ਚ ਸਾਡੇ ਕੈਂਡੀਡੇਟਸ ਨੂੰ ਕੰਪੇਨ ਨਹੀਂ ਕਰਨ ਦਿੱਤੀ। ਕਿਹੜੀ ਪਾਰਟੀ ਹੈ ਸਰੀਨ ਸਾਹਿਬ, ਕਿਹੜੀ ਪਾਰਟੀ ਹੈ ਜਿਹਦੇ ਅੰਦਰ ਕਿਸਾਨ ਨਹੀਂ ਹੈ? ਕਿਹੜੀ ਪਾਰਟੀ ਹੈ ਜਿਹਦਾ ਕੈਡਰ ਕਿਸਾਨੀ ਨਾਲ ਸੰਬੰਧਿਤ ਨਹੀਂ ਹੈ? ਕਿਹੜੀ ਪਾਰਟੀ ਹੈ? ਤੁਹਾਡੀ ਪਾਰਟੀ 'ਚ ਵੀ ਕਿਸਾਨ ਵਿੰਗ ਨੇ, ਤੁਹਾਡੀ ਪਾਰਟੀ 'ਚ ਵੀ ਕਿਸਾਨ ਦਾ ਕੈਡਰ ਹੈਗਾ, ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ।
ਤੇ ਉਹ ਜਦੋਂ ਪ੍ਰਦਰਸ਼ਨ ਕਰਨਗੇ ਕੀ ਉਹ ਇੱਕ ਪਾਰਟੀ ਦਾ ਬੰਦਾ ਹੋਏਗਾ, ਉਹ ਕਿਸਾਨ ਨਹੀਂ ਹੋ ਸਕਦਾ? ਮੈਂ ਇੱਕ ਮਿੰਟ ਵਾਪਸ ਆਣਾ, ਇਹਦਾ ਜਵਾਬ ਤੁਸੀਂ ਤਿਆਰ ਰੱਖੋ, ਮੈਂ ਦੁਬਾਰਾ ਤੁਹਾਡੇ ਤੋਂ ਲੈਣਾ। ਮੈਂ ਲੈਣਾ ਨਾ ਜਵਾਬ, ਮੈਂ ਲੈਣਾ ਇੱਕ ਮਿੰਟ। ਬੜਾ ਅੱਛਾ ਤੁਸੀਂ ਸਵਾਲ ਕੀਤਾ, ਮੈਂ ਉਹਦਾ ਜਵਾਬ ਦੇਣਾ। ਹਾਂ ਚਲੋ ਦੇ ਦਿਓ। ਜਿੱਥੇ ਤੱਕ ਕਿਸਾਨਾਂ ਦਾ ਸਵਾਲ ਹੈ, ਕਿਸਾਨਾਂ ਨੇ ਅੱਜ ਤੱਕ ਕਦੀ ਤਸ਼ੱਦਦ ਨਹੀਂ ਕੀਤੀ, ਕਦੀ ਗੁੰਡਾਗਰਦੀ ਨਹੀਂ ਕੀਤੀ। ਕਿਸਾਨਾਂ ਦੀ ਐਜੀਟੇਸ਼ਨ ਬਿਲਕੁਲ ਪੀਸਫੁਲ ਰਹੀ ਹੈ। ਆ ਜਿਹੜੀ ਗੁੰਡਾਗਰਦੀ ਕੀਤੀ ਹੈ, ਇਹ ਕਾਂਗਰਸ ਦੇ ਗੁੰਡਿਆਂ ਨੇ ਕੀਤੀ ਹੈ। ਠੀਕ ਹੈ, ਚਲੋ ਮੈਂ ਜਵਾਬ ਲੈ ਲਾਂਗਾ। ਹਾਂਜੀ ਮੈਂ ਇਹ ਕਹਿ ਰਿਹਾ, ਇੱਕ ਮਿੰਟ ਆਗੇ ਨਾ ਚਰਨਜੀਤ ਸਿੰਘ ਜੀ, ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਜਿਹੜਾ ਲੌਜਿਕ ਹੈਗਾ, ਦੋ ਲੌਜਿਕ ਤਾਂ ਤੁਸੀਂ ਕੈਂਪੇਨ ਕਰਦੇ ਰਹੇ ਹੋ, ਤੁਸੀਂ ਕੈਂਪੇਨ ਦਾ ਹਿੱਸਾ ਵੀ ਰਹੇ ਹੋ, ਤੁਹਾਨੂੰ ਇਸ ਪੂਰੀ ਕੈਂਪੇਨ ਦੇ ਵਿੱਚ ਕਿਸਾਨੀ ਸੰਘਰਸ਼ ਕਿਤੇ ਨਜ਼ਰ ਆਇਆ? ਦੇਖੋ, ਮੈਂ ਇੱਕ ਬੇਨਤੀ ਕਰਦੇ ਹਾਂ ਕਿ ਕਿਸਾਨ ਵੀਰਾਂ ਨੇ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਕਹੀ ਸੀ ਕਿ ਸਾਡਾ ਕੋਈ ਨਾ ਵਰਤੇ। ਇੱਕ ਦੂਜੀ ਗੱਲ, ਮੈਂ ਬੀਜੇਪੀ ਦੇ ਪ੍ਰਵਕਤਾ ਤੇ ਮੈਨੂੰ ਸਖਤ ਇਤਰਾਜ਼ ਹੈ ਕਿ ਅੰਦੋਲਨ ਸਿਰਫ ਕਾਂਗਰਸ ਦਾ ਬਣਾ ਕੇ ਪੇਸ਼ ਕਰ ਰਹੇ ਹੈ। ਸਮੁੱਚੇ ਪੰਜਾਬ ਦੇ, ਹਿੰਦੁਸਤਾਨ ਦੇ ਕਿਸਾਨਾਂ ਦਾ ਅੰਦੋਲਨ ਹੈ। ਔਰ ਇਹ ਵੱਖਰੀ ਗੱਲ ਹੈ, ਕੈਪਟਨ ਸਾਹਿਬ ਨੇ ਤੁਹਾਡੇ ਆਖੇ ਲਾ ਕੇ ਗਲਤ ਸਮੇਂ ਤੇ ਵੋਟਾਂ ਕਰਵਾ ਕੇ ਸਾਨੂੰ ਤੂੰ ਮੈਮੇ ਦੇ ਵਿੱਚ ਪਾਇਆ, ਨਹੀਂ ਅੱਜ ਨੂੰ ਹੋ ਸਕਦਾ ਦਿੱਲੀ ਦੇ ਵਿੱਚ ਹੋਰ ਦਬਾਅ ਪੈਂਦਾ। ਇੱਕ ਗੱਲ, ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਜਿਸ ਕਿਸਮ ਦਾ ਮੋਦੀ ਸਾਹਿਬ ਦੇ ਬੈਠਿਆਂ ਭਿਉਂ ਕੇ ਮਾਰੀਆਂ, ਤੇ ਇਹ ਵੀ ਤਾਂ ਅਸਰ ਪਾਉਂਦੀਆਂ ਗੱਲਾਂ। ਕਿਉਂ ਨਹੀਂ? ਇਹ ਜੇ ਤੁਸੀਂ ਕਹੋਗੇ ਫਿਰ ਤੁਸੀਂ ਕਹਿ ਦੋਗੇ ਵੀ ਇਹ ਅਕਾਲੀ ਦਲ ਦੇ ਸੀ ਜੀ, ਇਹ ਤਾਂ ਬੋਲਦੇ ਆ ਕਿਸਾਨ ਦੇ ਹੱਕ 'ਚ। ਇਸ ਕਰਕੇ ਸਰੀਨ ਸਾਹਿਬ ਇੱਕ ਗੱਲ ਨੂੰ ਸਮਝੋ ਕਿ ਪੰਜਾਬ ਨਹੀਂ, ਹਿੰਦੁਸਤਾਨ ਦਾ ਕਿਸਾਨ ਜਿਹੜਾ ਤੁਹਾਡੇ ਖਿਲਾਫ ਖੜਾ ਹੋ ਗਿਆ। ਅੱਜ ਜੇ 58 ਰੁਪਏ ਬੈਰਲ ਰੇਟ ਹੈ ਤੇ ਜੇ ਅੱਜ ਤੁਸੀਂ ਵੇਚੀ ਜਾਂਦੇ 100 ਰੁਪਏ ਲੀਟਰ ਪੈਟਰੋਲ, ਜਦੋਂ 108 ਰੁਪਏ ਲੀਟਰ ਸੀ, ਭਾਵੇਂ ਵਿਰੋਧੀ ਪਾਰਟੀ ਦੀ ਸਰਕਾਰ ਸੀ, ਉਦੋਂ ਜੇ 84 ਰੁਪਏ ਹੋ ਗਿਆ ਸੀ ਤੇ ਤੁਸੀਂ ਨੰਗੇ ਧੜ ਹੋਏ ਫਿਰਦੇ ਸਾਰੇ। ਅੱਜ ਇੱਥੇ ਕਿੱਥੇ ਗਏ? ਆਪਾਂ ਸਾਰੇ ਵਰਲਡ ਦੇ ਵਿੱਚੋਂ ਵੱਡੀ ਪਾਰਟੀ ਕਹਿੰਦੇ ਆ, ਅੱਜ 98 ਥਾਵਾਂ ਤੇ ਤੁਹਾਡਾ ਖਾਤਾ ਨਹੀਂ ਖੁੱਲਦਾ ਤੇ ਫੇਰ ਵੀ ਕੰਧ ਤੇ ਲਿਖਿਆ ਤੁਸੀਂ ਹਾਲੇ ਨਹੀਂ ਪੜ੍ਹਦੇ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ, ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਕਿ ਜਿਹੜੀਆਂ ਸੀਟਾਂ ਤੇ ਤੁਸੀਂ ਪਿਛਲੇ 35 ਸਾਲ ਤੋਂ ਬੈਠੇ ਹੋ, ਤੁਸੀਂ ਐਮਐਲਏ ਲੜਦੇ ਹੋ, ਐਮਪੀ ਲੜਦੇ ਹੋ, ਉਹਨਾਂ ਸੀਟਾਂ ਦੇ ਵਿੱਚ ਤੁਹਾਡਾ ਖਾਤਾ ਨਾ ਖੁੱਲੇ ਤਾਂ ਤੁਹਾਡੇ ਲਈ ਫਿਕਰਮੰਦੀ ਵਾਲੀ ਗੱਲ ਹੈ। ਪੋਲੀਟੀਕਲ ਹੀ ਨਹੀਂ ਹੈ, ਇਹ ਜ਼ਾਤੀ ਤੌਰ ਤੇ ਹੈ, ਕਿਉਂਕਿ ਕੇਂਦਰ ਦੇ ਕਾਲੇ ਕਾਨੂੰਨ ਹੈ। ਇੱਕ ਗੱਲ ਦਾ ਮੈਂ ਜਵਾਬ ਦੇ ਦਿਆਂ, ਬੜੀ ਆਮ ਆਦਮੀ ਪਾਰਟੀ ਦੇ ਗੱਲ ਕਹੀ ਸੀ, ਇਹਨਾਂ ਨੇ ਦੋ ਗੱਲਾਂ ਕੀਤੀਆਂ। ਇੱਕ ਪਾਸੇ ਤਾਂ ਕਹਿੰਦੇ ਸਾਡੇ ਫੇਸਸ ਨਹੀਂ, ਜਦੋਂ ਫੇਸ ਵੱਡੇ ਹੋ ਜਾਣਗੇ ਉਦੋਂ ਅਸੀਂ ਜਿੱਤਾਂਗੇ। ਇੱਕ ਪਾਸੇ ਕਹਿੰਦੇ ਇਹਨਾਂ ਦੇ ਫੇਸਸ ਵਾਲੇ ਹਾਰ ਰਹੇ ਆ। ਇਸ ਕਰਕੇ ਦੋ ਗੱਲਾਂ ਨਹੀਂ ਚੱਲਣੀਆਂ। ਮੇਰੀ ਇਹ ਬੇਨਤੀ ਹੈ ਕਿ ਤੁਹਾਨੂੰ, ਮੈਂ ਹੁਣ ਸਬੂਤ ਹੈ ਨਹੀਂਗਾ, ਜੇ ਕੋਈ ਉਹ ਐਲੀਗੇਸ਼ਨ ਲਾਉਂਗਾ ਫਿਰ ਤੁਹਾਨੂੰ ਭੈੜੇ ਲੱਗਦੇ ਆ। ਕਿਹਨੇ ਸਪੋਰਟ ਕੀਤੀ ਹੈ ਮੈਂ ਨਹੀਂ ਬੋਲਦਾ, ਤੁਹਾਨੂੰ ਪਤਾ ਹੈ ਸਾਰਾ। ਉਹ ਸਪੋਰਟ ਦੇ ਬਾਵਜੂਦ ਵੀ ਜੇ ਤੁਸੀਂ 88 ਥਾਵਾਂ ਤੇ ਖਾਤਾ ਖੋਲਣ 'ਚ ਵੀ ਕਾਮਯਾਬ ਨਹੀਂ ਹੋਏ, ਔਰ ਫਿਰ ਤੁਸੀਂ ਇਸ ਗੱਲ ਨੂੰ ਕਹੋ ਕਿ ਅਸੀਂ ਮੁੱਖ ਵਿਰੋਧੀ ਧਿਰ ਸੀ, 4 ਤੁਸੀਂ ਐਮਪੀ ਜਿੱਤੇ ਉਸ ਵੇਲੇ, ਫਿਰ ਤੁਸੀਂ 20 ਐਮਐਲਏ ਜਿੱਤੇ, ਫਿਰ ਤੁਸੀਂ ਇਸ ਵਾਰੀ ਵੀ ਐਮਪੀ ਜਿੱਤੇ ਹੋ, ਤੇ ਫਿਰ ਵੀ ਜੇ ਤੁਸੀਂ ਆਖੋ ਵੀ ਮੁੱਖ ਵਿਰੋਧੀ ਧਿਰ ਦੇ ਹੁੰਦੇ, ਹਲੇ ਅਸੀਂ ਸਿੱਖ ਰਹੇ ਹਾਂ, ਤਾਂ ਕੋਈ ਨਹੀਂ 10-20 ਸਾਲ ਲੱਗਣਗੇ, ਫਿਰ ਸਿੱਖਦੇ ਰਹੋ। ਪੰਜਾਬ ਦੇ ਲੋਕ ਜਿਹੜੇ ਆ ਸਾਰੀ ਅਸਲੀਅਤ ਸਮਝ ਚੁੱਕੇ ਆ। ਮਿੱਤਲ ਸਾਹਿਬ, ਇੱਕ ਲੱਗਦਾ ਨਹੀਂ ਹੈ ਕਿ ਜਦੋਂ ਵੀ ਪਾਰਟੀ ਦੇ ਕਿਸੇ ਵੀ ਚੋਣ ਨਤੀਜੇ ਆਉਂਦੇ ਨੇ ਤਾਂ ਪਾਰਟੀ ਦੇ ਲਈ ਇੱਕ ਮੌਕਾ ਜ਼ਰੂਰ ਬਣ ਜਾਂਦਾ ਹੈ। ਪੁਰਾਣੇ ਫੇਸਿਸ ਨੇ, ਉਹਨਾਂ ਦਾ ਇਹ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਪਾਣੀ ਦੇ ਵਿੱਚ ਨੇ, ਉਦੋਂ ਤੁਹਾਨੂੰ ਨਵੇਂ ਫੇਸਿਸ ਲਿਆਉਣ ਦੀ ਲੋੜ ਪੈਂਦੀ ਹੈ, ਔਰ ਇੱਕ ਆਧਾਰ ਬਣ ਜਾਂਦਾ ਕਿ ਇਹ ਚੋਣ ਨਤੀਜੇ ਨੇ ਜਿਹੜੇ ਆਏ ਨੇ ਇਹ ਹੁਣ ਚੇਂਜ ਮੰਗਦੇ ਨੇ। ਇਹ ਕੰਮ ਤੁਹਾਡੀ ਪਾਰਟੀ 'ਚ ਹੈ ਕਿ ਨਹੀਂ ਹੈ? ਨਹੀਂ ਦੇਖੋ, ਇਸ ਤੋਂ ਦੇਖੋ ਫਿਰ ਜੇ ਤੁਸੀਂ ਇਹ ਚੇਂਜ ਦੀ ਗੱਲ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਤਾਂ ਕਾਂਗਰਸ ਨੇ ਬਹੁਤ ਚੋਣਾਂ ਹਾਰੀਆਂ ਨੇ ਪੰਜਾਬ ਦੇ ਅੰਦਰ, ਕਿੰਨੇ ਕਿ ਉਹਨਾਂ ਨੇ ਚਿਹਰੇ ਬਦਲੇ ਨੇ। ਸ਼੍ਰੋਮਣੀ ਅਕਾਲੀ ਦਲ ਕਿੰਨੀ 2017 ਤੋਂ 14 ਤੋਂ ਲਗਾਤਾਰ ਹਾਰਦਾ ਆ ਰਿਹਾ, ਕਿਹੜਾ ਇਹਨਾਂ ਨੇ ਚਿਹਰਾ ਬਦਲਿਆ? ਹਾਲਾਂਕਿ ਅਕਾਲੀ ਦਲ ਦੇ ਵਿੱਚੋਂ ਵੀ ਆਵਾਜ਼ ਉੱਠੀ, ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ ਵਰਗੇ ਸਾਰੇ ਅਲੱਗ ਹੋ ਕੇ ਚਲੇ ਗਏ। ਸਾਡੀ ਤਾਂ ਦੇਖੋ ਗੱਲ ਇਹ ਹੈ, ਸਾਡੀ ਤਾਂ ਨਵੀਂ ਪਾਰਟੀ ਹੈ। ਮੈਂ ਤਾਂ ਕਹਿੰਦਾ ਸਿੱਧਾ 5 ਸਾਲ ਹੋਏ ਆ, ਅਸੀਂ ਤਾਂ ਦਿੱਲੀ ਦੇ ਵਿੱਚ 3 ਵਾਰ ਸਰਕਾਰ ਰਿਪੀਟ ਕਰ ਲਈ। ਪੰਜਾਬ ਦੇ ਅੰਦਰੋਂ ਤਾਂ ਸਰਕਾਰ ਇਹਨਾਂ ਦੀ ਲੂਜ਼ ਹੋਈ ਹੈ ਨਾ, ਅਕਾਲੀ ਦਲ ਦੀ ਸਰਕਾਰ 10 ਸਾਲ ਚੱਲ ਕੇ ਲੂਜ਼ ਹੋਈ ਹੈ, ਸਰਕਾਰ 10 ਸਾਲ ਚੱਲ ਕੇ ਲੂਜ਼ ਹੋਈ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਕਿੰਨੀਆਂ ਚੋਣਾਂ ਹਾਰੇ ਨੇਗੇ, ਤੇ ਫਿਰ ਕਿਉਂ ਨਹੀਂ ਬਦਲੇ ਪ੍ਰਧਾਨ ਇਹਨਾਂ ਨੇ? ਮੈਂ ਤਾਂ ਉਹੀ ਤਾਂ ਕਹਿ ਰਿਹਾ, ਫਿਰ ਤੁਹਾਡੀ ਸਾਹਿਬ ਵੀ ਹਾਰ ਗਏ 2-3 ਇਲੈਕਸ਼ਨ। ਦੇਖੋ ਸਰਦਾਰ, ਤੁਹਾਡੀ ਪਾਰਟੀ ਫਿਰ ਉਹੀ ਹੈ 100 ਸੀਟ ਕੇਜਰੀਵਾਲ ਇੱਥੇ ਆ ਕੇ ਕਹਿੰਦਾ ਸੀ। ਦੇਖੋ ਗੱਲ ਇਹ ਆ, ਗੱਲ ਮੈਂ ਫਿਰ ਉੱਥੇ ਗੱਲ ਕਰਦਾ ਨਾ, ਗੱਲ ਚੇਂਜ ਦੀ ਨਹੀਂ ਹੁੰਦੀ। ਗੱਲ ਤਾਂ ਇਹ ਆ ਕਿ ਤੁਹਾਡੀ ਲੀਡਰਸ਼ਿਪ ਦੇ ਵਿੱਚ ਤੁਹਾਡਾ ਵਿਸ਼ਵਾਸ ਕਿੰਨਾ ਕਾ, ਤੁਹਾਡੇ ਕੇਡਰ ਦਾ ਵਿਸ਼ਵਾਸ ਕਿੰਨਾ ਕਾ। ਅਗਰ ਅੱਜ ਸਾਡਾ ਵਿਸ਼ਵਾਸ ਖੜਾਗਾ ਤਾਂ ਸਾਡਾ ਵਿਸ਼ਵਾਸ ਅਰਵਿੰਦ ਕੇਜਰੀਵਾਲ ਜੀ ਦੀ ਲੀਡਰਸ਼ਿਪ ਦੇ ਨਾਲ ਖੜਾਗਾ, ਕਿਉਂਕਿ ਉਹ ਦਿੱਲੀ ਦੇ ਵਿੱਚ ਡਿਲੀਵਰ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਚਲਾ ਰਹੇ ਨੇ। ਤਾਂ ਹੀ 88 ਤਾਂ ਪੰਜਾਬ ਦੀ ਲੀਡਰਸ਼ਿਪ ਦਾ ਨਾਮ ਨਹੀਂ ਲਿਆ ਤੁਸੀਂ ਭਗਵੰਤ ਮਾਨ ਦਾ ਨਾਮ ਕਿਉਂ ਨਹੀਂ ਲੈਂਦੇ ਪਏ? ਤੁਸੀਂ ਕਹਿ ਰਹੇ ਹੋ ਕਿ ਕੇਜਰੀਵਾਲ ਤੇ ਸਟੈਂਡ ਕਰ ਰਿਹਾ, ਭਗਵੰਤ ਮਾਨ ਹੋਰਾਂ ਤੇ ਨਹੀਂ ਕਰ ਰਿਹਾ, ਦੇਖੋ ਕੇਜਰੀਵਾਲ ਸਾਹਿਬ ਤੇ ਨਹੀਂ ਕਰ ਰਿਹਾ, ਰਾਘਵ ਚੱਡਾ ਤੇ ਨਹੀਂ ਕਰ ਰਿਹਾ। ਦੇਖੋ ਕੇਜਰੀਵਾਲ ਸਾਹਿਬ ਨੈਸ਼ਨਲ ਲੀਡਰ ਨੇ, ਦੇਖੋ ਇੱਕ ਲੀਡਰ ਦਾ ਨਾਮ ਹੁੰਦਾ ਨੈਸ਼ਨਲ ਲੀਡਰ ਨੇ, ਸਾਡੇ ਉਹ ਪੂਰੇ ਨੈਸ਼ਨਲ ਲੀਡਰ ਦੇ ਨਾਮ ਤੇ ਐਮਸੀ ਇਲੈਕਸ਼ਨ ਲੜੀ ਹੈ ਤੁਸੀਂ ਹਿੰਦੁਸਤਾਨ ਦੇ ਵਿੱਚ। ਨਹੀਂ ਅਸੀਂ ਦੇਖੋ, ਅਸੀਂ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਅਸੀਂ ਸਕੂਲ ਅੱਛੇ ਕਰਾਂਗੇ, ਹਸਪੀਟਲ, ਸਾਡੇ ਤਾਂ ਮੁੱਦੇ ਹੀ ਆਏ ਨੇਗੇ। ਦੇਖੋ ਆ ਤੁਹਾਡੇ ਟੀਵੀ ਤੇ ਮੈਂ ਦੇਖ ਰਿਹਾ ਸੀ, ਤੁਹਾਡੇ ਟੀਵੀ ਤੇ ਵੀ ਤੁਸੀਂ ਦਿਖਾ ਰਹੇ ਹੋ ਚੱਲਦੀ ਹੈ ਕਿ ਹਾਂ ਦਿੱਲੀ ਵਿੱਚ ਅਸੀਂ ਕੰਮ ਕੀਤਾ, ਕਿ ਤੁਸੀਂ ਝੂਠ ਦਿਖਾ ਰਹੇ ਹੋ? ਐਡ ਦਿਖਾਈ ਹੈ, ਕਿ ਤੁਸੀਂ ਝੂਠ ਦਿਖਾ ਰਹੇ ਹੋ?
ਐਡ ਤੱਕ ਨਹੀਂ ਤੁਸੀਂ ਸਾਰਾ ਕੁਝ ਚੱਲੀ ਜਾਂਦਾ। ਨਹੀਂ ਐ ਨਹੀਂ ਐਡ ਨਹੀਂ ਆ ਕੀ ਤੁਸੀਂ ਝੂਠ ਦਿਖਾ ਰਹੇ ਹੋ? ਚੱਲ ਨਹੀਂ ਦਿਖਾ ਰਹੇ ਕੋਈ ਉਹ ਵੀ ਆਉਣ ਨਾ। ਵਾਲੇ ਦਿਨਾਂ 'ਚ ਨਹੀਂ ਇਸ ਕਰਕੇ ਸਾਡੀ ਲੀਡਰਸ਼ਿਪ ਬਦਲਣ ਦੀ ਹਜੇ ਕੋਈ ਲੋੜ ਨਹੀਂ ਹੈ। ਅਕਾਲੀ ਦਲ ਨੂੰ ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਗੁੰਡਾਗਰਦੀ ਕਰਦੀ ਆ, ਕਿੰਨੇ ਕੈਬਨਿਟ ਮਿਨਿਸਟਰਾਂ ਦਾ ਮੈਂ ਨਾਮ ਲਵਾਂ, ਰਾਣਾ ਸੋਢੀ ਦਾ ਨਾਮ ਆ ਗਿਆ, ਚਰਨਜੀਤ ਚੰਨੀ ਦਾ ਨਾਮ ਆਇਆ, ਬਲਬੀਰ ਸਿੱਧੂ ਅੱਜ ਰੀਪੋਲਿੰਗ ਹੋ ਰਹੀ ਆ 2 ਬੂਥਾਂ ਦੇ ਉੱਪਰ, ਕੱਲ ਨੂੰ ਗਿਣਤੀ ਆ। ਹੁਣ ਤੁਸੀਂ ਦਿਖਾ ਰਹੇ ਹੋ ਜਗਰਾਉਂ ਦੇ ਵਿੱਚ ਧਰਨਾ ਲੱਗਿਆ, ਉੱਥੇ ਕਾਊਂਟਿੰਗ ਸਹੀ ਨਹੀਂ ਹੋ ਰਹੀ। ਸਾਡੇ ਐਮਐਲਏ ਬੀਬੀ ਸਰਬਜੀਤ ਕੌਰ ਮਾਣੂਕੇ ਡਿਪਟੀ ਲੀਡਰ ਆਫ ਆਪੋਜੀਸ਼ਨ ਬੈਠੇ ਨੇ ਇਸ ਟਾਈਮ ਜਦੋਂ ਆਪਾਂ ਇੱਥੇ ਡਿਬੇਟ ਕਰ ਰਹੇ ਹਾਂ। ਤੇ ਇਹ ਤਾਂ ਹਾਲ ਆ ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਲੀਡਰਸ਼ਿਪ ਦਾ, ਪੰਜਾਬ ਦੀਆਂ ਪਾਰਟੀਆਂ ਦਾ। ਤੇ ਇਸ ਕਰਕੇ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ। ਜਿੱਥੋਂ ਤੱਕ ਸਾਡੀ ਗੱਲ ਆ, ਸਾਨੂੰ ਤਾਂ ਅਸੀਂ ਪੂਰਨ ਆਸਬੰਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵਧੀਆ ਕਾਰਗੁਜ਼ਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰੇ। ਜਲਦੀ ਫਿਰ ਮੈਂ ਇੱਕੋ ਹੀ ਲਾਈਨ ਕਹੂੰਗਾ, ਜਿਆਦੇ ਐਥਿਕ ਵਾਲੀ ਪਾਰਟੀ ਜਿਹੜੀ ਗੱਲ ਠੀਕ ਲੱਗਦੀ ਉਹ ਆਪਦੇ ਤੇ ਢੁਕਾ ਲੈਂਦੀ ਹੈ, ਦੂਜੀਆਂ ਪਾਰਟੀਆਂ ਨਹੀਂ ਸਿੱਟ ਲੈਂਦੀ ਹੈ। ਮੈਂ ਇੱਕੋ ਹੀ ਸਵਾਲ ਪਹਿਲਾਂ ਵੀ ਪੁੱਛਿਆ ਸੀ, ਨਹੀਂ ਸੀ ਮਿਲਿਆ। ਆਮ ਆਦਮੀ ਪਾਰਟੀ ਨੇ ਝਾੜੂ ਕੁਲਵੰਤ ਸਿੰਘ ਮੇਹਰ ਜਿਹੜਾ ਮੋਹਾਲੀ ਦੇ ਵਿੱਚ ਉਹਦੀ ਅਲਮਾਰੀ ਦੇ ਵਿੱਚ ਕਿਉਂ ਸਾਂਭਿਆ, ਕੀ ਸੌਦੇਬਾਜ਼ੀ ਹੋਈ, ਕੀ ਗੱਲਬਾਤ ਹੋਈ, ਇਹ ਅੱਜ ਤੱਕ ਸਾਹਮਣੇ ਨਹੀਂ ਆਈ। ਮੇਰੀ ਗੱਲ ਤਾਂ ਪੂਰੀ ਕਰ ਲੈਂਦੇ ਨਾ। ਦੂਜੀ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਲੀਡਰਸ਼ਿਪ ਦੀ ਕਰੇ ਆ, ਦਿੱਲੀ ਵਾਲੀ ਦੀ ਕਰਦੇ ਆ, ਦੂਜੀ ਦੀ ਕਰਦੇ ਆ। ਕੇਜਰੀਵਾਲ ਸਾਹਿਬ ਦੀ ਲੀਡਰਸ਼ਿਪ 'ਚ ਇਲੈਕਸ਼ਨ ਤੁਸੀਂ ਲੜੀ, 100 ਸੀਟ ਆਉਣੀ ਸੀ, 20 ਸੀਟਾਂ ਆਈਆਂ। ਅਸੀਂ ਤਾਂ 10 ਸਾਲ ਸਰਕਾਰ ਤੋਂ ਬਾਅਦ ਹਾਰੇ ਆ ਨਾ। ਇਸ ਕਰਕੇ ਫਿਰ ਤੁਸੀਂ MP 4 ਤੋਂ 1 ਤੇ ਰਹਿ ਗਏ, ਵੋਟ ਪਰਸੈਂਟੇਜ ਤੁਹਾਡਾ ਥੱਲੇ ਗਿਆ। ਹੁਣ 88 ਤਾਂ ਤੇ ਖਾਤਾ ਨਹੀਂ ਖੁੱਲਿਆ। ਇਹਦੇ ਚ ਕਿਹੜੀ ਲੀਡਰਸ਼ਿਪ ਜ਼ਿੰਮੇਵਾਰ ਹੈ? ਕਿਸੇ ਨੂੰ ਤਾਂ ਜ਼ਿੰਮੇਵਾਰ ਠਹਿਰਾ ਦਿਓ, ਸਾਡੀ ਨੂੰ ਤਾਂ ਤੁਸੀਂ ਸਾਡੀ ਨੂੰ ਠਹਿਰਾ ਦਿਓ। ਦੇਖੋ ਗੱਲ ਇਹ ਆ, ਅੱਜ ਇਹ ਗੱਲ ਕਰ ਰਹੇ ਨੇ, ਅਗਰ ਸਾਡਾ ਖਾਤਾ ਨਹੀਂ ਖੁੱਲਿਆ ਤੇ ਤੁਸੀਂ ਪੂਰੀ ਅੱਜ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਕਿੰਨੀਆਂ ਤੁਸੀਂ ਕਾਰਪੋਰੇਸ਼ਨਾਂ ਤੇ ਕਬਜ਼ਾ ਕੀਤਾ, ਕਿੰਨੀਆਂ ਤੁਸੀਂ ਨਗਰ ਕੌਂਸਲਾਂ ਜਿੱਤੀਆਂ ਨੇ, ਕਿੰਨੀਆਂ ਤੁਸੀਂ ਨਗਰ ਪੰਚਾਇਤਾਂ ਜਿੱਤੀਆਂ ਨੇ, ਇਹ ਵੀ ਦੱਸ ਦਿਓ ਨਾ। ਜੇ ਸਾਡੇ 1 MP ਜਿੱਤੇ ਨੇ ਤਾਂ ਤੁਹਾਡੇ ਵੀ ਤਾਂ 2 ਇੱਕ ਪਰਿਵਾਰ ਦੇ ਜਿੱਤੇ ਨੇ ਨਾ। ਤੁਹਾਡਾ ਕਿਹੜਾ ਕੇਡਰ ਜਿੱਤਿਆ MP ਚੋਣਾਂ ਦੇ ਵਿੱਚ? ਉਹ ਵੀ ਮੀਆਂ ਬੀਬੀ ਜਿੱਤੇ ਨੇ ਇੱਕ ਪਰਿਵਾਰ ਦੇ ਵਿੱਚ। ਉਹ ਵੀ ਪੂਰਾ ਕੇਡਰ ਉੱਥੇ ਝੋਕਤਾ, ਪੂਰਾ ਧਨਵਾਲ ਉੱਥੇ ਝੋਕਤਾ, ਪੂਰਾ ਪੈਸਾ ਉੱਥੇ ਲਾਇਆ ਤੁਸੀਂ। ਤੇ ਤੁਸੀਂ ਮਤਲਬ ਕਿ ਕਿਹੜੀਆਂ ਗੱਲਾਂ ਕਰਦੇ ਹੋ? ਤੁਸੀਂ 20 ਤਾਂ ਤੁਸੀਂ 12-13 ਸੀਟਾਂ ਤੇ ਆ ਗਏ। ਵੀ ਅਗਰ ਤੁਸੀਂ ਅਜੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ, ਅਗਰ ਇੱਕ ਪਰਿਵਾਰ ਦੇ ਇੱਕ ਸਾਨੂੰ 37% ਪਈਆਂ ਸੀ ਔਰ ਹਿੱਕ ਦੇ ਜ਼ੋਰ ਤੇ ਜ਼ੋਰ ਲਾ ਕੇ ਬੋਲੇ ਜਿੱਤੇ ਨਾ ਕਿ ਕੋਈ ਕਿਸੇ ਨੂੰ। ਅਗਰ ਅੱਜ ਅਕਾਲੀ ਦਲ ਕਿੱਥੇ ਚਲਾ ਗਿਆ, ਫਿਰ ਵੀ ਇੱਕ ਪਰਿਵਾਰ ਦੀ ਤੂਤੀ ਬਜਾਈ ਜਾਣੀ ਹੈ ਤੇ ਫਿਰ ਮੈਨੂੰ ਤਾਂ ਸਾਨੂੰ ਚਲੋ ਇਹ ਆਪਾਂ ਤੁਸੀਂ ਕੇਜਰੀਵਾਲ ਦੇ ਥੱਲੇ ਲੱਗੇ ਬੈਠੇ ਹੋ। ਬਜਾਈ ਕੇਜਰੀਵਾਲ ਸਾਹਿਬ ਇਸ ਕਰਕੇ ਐਵੇਂ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ। ਤੁਸੀਂ 88 ਥਾਂ ਤੇ ਖਾਤਾ ਨਹੀਂ ਖੁੱਲਿਆ, ਆਪਣੇ ਆਪ ਨੂੰ ਮੁੱਖ ਵਿਰੋਧੀ ਅਸੀਂ 10 ਸਾਲ ਦੇ ਵਿੱਚ ਅਸੀਂ ਇੱਕ ਮਿੰਟ ਹਰਪ੍ਰੀਤ ਜੀ, ਅਸੀਂ 10 ਸਾਲ, ਸਾਨੂੰ 2012 ਚ ਪਾਰਟੀ ਬਣੀ ਆ। 2012 ਤੋਂ ਲੈ ਕੇ 9 ਸਾਲ ਦੇ ਵਿੱਚ ਅਸੀਂ ਗੋਆ ਲੜ ਲਈ, ਅਸੀਂ ਪੰਜਾਬ ਲੜ ਲਿਆ, ਅਸੀਂ MCD ਦਿੱਲੀ ਲੜ ਲਈ, ਅਸੀਂ ਦਿੱਲੀ 3 ਵਾਰ ਸਰਕਾਰ ਬਣੀ। ਜਿਹਨੇ ਤੁਹਾਨੂੰ ਪਾਰਟੀ ਨੂੰ ਖੜਾ ਕੀਤਾ, ਸ਼ੰਭੂ ਨਹੀਂ ਟੱਪੇ, ਸਾਰੀ ਦੁਨੀਆ ਜਾਣਦੀ ਹੈ। ਤੁਸੀਂ ਸ਼ੰਭੂ ਨਹੀਂ ਟੱਪੇ, ਸ਼ੰਭੂ ਨਹੀਂ ਟੱਪੇ, ਤੁਸੀਂ ਸ਼ੰਭੂ ਨਹੀਂ ਟੱਪੇ। ਪੰਜਾਬ ਨਾਲ ਪਿਆਰ ਆ, ਅਸੀਂ ਬਾਕੀ ਤਾਂ ਵੀ ਲੈ ਲਓ, ਦੋਵਾਂ ਨੂੰ ਪੰਜਾਬ ਨਾਲ ਪਿਆਰ ਆ, ਪੰਜਾਬ ਦੀ ਲੜਾਈ ਕਰਕੇ ਸਾਧੂ ਸਿੰਘ ਬਰਾੜ ਤੁਸੀਂ ਹਰਿਆਣਾ ਟਰਾਈ ਕੀਤਾ, ਲੋਕਾਂ ਨੇ ਮੂੰਹ ਨਹੀਂ ਲਾਇਆ। ਦਿੱਲੀ ਟਰਾਈ ਕੀਤਾ, ਲੋਕਾਂ ਨੇ ਮੂੰਹ ਨਹੀਂ ਲਾਇਆ। ਤੁਹਾਡੇ ਕੋਲੇ ਅਸੀਂ ਤੁਸੀਂ ਨੇ ਸਾਰਾ ਤੁਹਾਡੇ ਕੀ ਪੱਲੇ ਪਿਆ? ਹਰਿਆਣੇ ਚ ਤੁਹਾਡੇ ਕਿੰਨੇ MLA ਜਿੱਤੇ, ਕਿੰਨੀ ਵੋਟ ਪਈ? ਸਾਧੂ ਸਿੰਘ ਬਰਾੜ ਸਾਹਿਬ ਫਾਲਤੂ ਬੋਲੀ ਨਾ, ਇੱਕ ਮਿੰਟ ਖਾਤਾ ਨਹੀਂ ਖੋਲਿਆ। ਇੱਕ ਮਿੰਟ ਦਿੱਲੀ BJP ਦੇ ਸਹਾਰੇ ਨਾਲ ਜਿੱਤਦੇ ਹੋ। ਮੈਂ ਦੰਕ ਤੁਸੀਂ ਹੁਣ ਤੱਕ BJP ਕੀ ਆ ਰਹੇ ਸੀ ਚੋਲੀ ਚ ਬੈਠੇ? ਚਲੋ ਇੱਕ ਮਿੰਟ ਰੁਕੋ ਨਾ, ਇੱਕ ਕਰਕੇ ਲੈਣਾ, ਇੱਕ ਕਰਕੇ। ਸਾਧੂ ਸਿੰਘ ਬਰਾੜ ਸਾਹਿਬ, ਮੁੱਦਿਆਂ ਤੇ ਕੋਈ ਚਰਚਾ ਹੋਈ? ਕਿਸੇ ਪਾਰਟੀ ਨੇ ਮੁੱਦਿਆਂ ਤੇ ਚਰਚਾ ਕੀਤੀ? ਮੁੱਦਿਆਂ ਤੇ ਚੋਣ ਲੜੀ ਗਈ ਹੈ ਕਿ ਨਹੀਂ ਲੜੀ ਗਈ? ਦੇਖੋ ਜੀ, ਮੁੱਦਿਆਂ ਤੇ ਕੋਈ ਚੋਣ ਨਹੀਂ ਲੜੀ ਗਈ, ਮਤਲਬ ਕੋਈ ਮੁੱਦੇ ਨਹੀਂ ਸੀ। ਇਹ ਆਜ਼ਾਦ ਉਮੀਦਵਾਰ ਇੰਨੇ ਵੱਡੇ ਪੱਧਰ ਤੇ ਕਿਵੇਂ ਜਿੱਤ ਗਏ? ਦੇਖੋ, ਆਜ਼ਾਦ ਉਮੀਦਵਾਰ ਜਿਹੜੇ ਹੁੰਦੇ ਆ ਨਾ, ਉਹ ਜਿਨ੍ਹਾਂ ਪਾਰਟੀਆਂ ਦੀ ਉਹਨਾਂ ਨੂੰ ਟਿਕਟ ਨਹੀਂ ਮਿਲਦੀ, ਲੇਕਿਨ ਉਹਨਾਂ ਦਾ ਆਧਾਰ ਆਪਣੇ ਇਲਾਕੇ 'ਚ ਅੱਛਾ ਹੁੰਦਾ ਹੈ, ਹਾਂਜੀ। ਉਹਦੇ ਤੋਂ ਨਾ ਤਾਂ ਕਾਂਗਰਸ ਪਾਰਟੀ ਨੂੰ ਡਰ ਸੀ, ਨਾ ਕਿਸੇ ਨੂੰ। ਜੇ ਆਜ਼ਾਦ ਉਮੀਦਵਾਰ ਜਿੱਤਿਆ, ਜੇ ਕਾਂਗਰਸ ਦੇ 2 ਬੰਦੇ ਘਟਦੇ ਕਿਤੇ, ਤਾਂ ਉਹਨਾਂ ਨੂੰ ਪਤਾ ਸੀ ਵੀ ਆਰਾਮ ਨਾਲ ਲੈ ਲੈਣਾ। ਉਹਨਾਂ ਦੇ ਵੀ ਨਿਸ਼ਾਨੇ ਤੇ ਪੋਲੀਟੀਕਲ ਪਾਰਟੀਆਂ ਸੀ ਕਿ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ੀ ਜਿਹੜੇ ਆ ਨਾ, ਜਿੱਥੇ ਖਤਰਾ ਉਹ ਰੱਦ ਕੀਤੇ ਜਾਣ ਜਾਂ ਕੁਝ ਕੀਤੇ ਜਾਣ। ਲੇਕਿਨ ਆਜ਼ਾਦ ਉਮੀਦਵਾਰ ਇਹਨਾਂ ਆਮ ਚੋਣਾਂ ਦੇ ਵਿੱਚ ਹੁੰਦੇ ਆ ਆਜ਼ਾਦ ਉਮੀਦ, ਲੇਕਿਨ ਐਤਕੀ ਕੰਪੈਰੇਟਿਵਲੀ ਜ਼ਿਆਦਾ 4-5 ਥਾਵਾਂ ਤੇ ਮੁਕਾਬਲਾ ਹੋ ਰਿਹਾ ਸੀਗਾ। ਇਹ ਆਜ਼ਾਦ ਉਮੀਦਵਾਰ ਜਿੱਤੇ ਆ, ਚੰਗੀ ਗੱਲ ਹੈ। ਉਹਨਾਂ ਦਾ ਇਹਦਾ ਮਤਲਬ ਵੀ ਉਹਦੇ ਸਥਾਨਕ ਏਰੀਆ 'ਚ ਉਹਨਾਂ ਦਾ। ਅੱਛਾ ਬਰਾੜ ਸਾਹਿਬ, ਜਲਦੀ ਦੇ ਵਿੱਚ ਇਹ ਵੀ ਦੱਸੋ, ਇਹਨਾਂ ਚੋਣਾਂ ਦਾ 2022 ਦੀਆਂ ਚੋਣਾਂ ਤੇ ਕੋਈ ਫਰਕ ਪਏਗਾ? 2000 ਚੋਣਾਂ ਤੇ ਫਰਕ ਪੈਂਦਾ ਕਿ ਨਹੀਂ ਪੈਂਦਾ, ਲੇਕਿਨ ਤਸਵੀਰ ਸਾਫ਼ ਹੋ ਗਈ ਹੈ। ਕੱਲ ਨੂੰ ਕੋਈ ਨਵੇਂ ਚੀਜ਼ਾਂ ਸਾਹਮਣੇ ਆ ਜਾਂਦੀਆਂ, ਕੋਈ ਨਵੇਂ ਇਸ਼ੂ ਆ ਜਾਂਦੇ, ਉਹ ਵੱਖਰੀ ਗੱਲ ਹੈ। ਪਰ ਮੁੱਖ ਮੁਕਾਬਲਾ ਜਿਹੜਾ ਕਾਂਗਰਸ ਤੇ ਅਕਾਲੀ ਦਲ 'ਚ ਹੀ ਹੋਏਗਾ, ਇਹ ਤੇ ਗੱਲ ਪੱਕੀ ਹੈ। ਮਤਲਬ ਜਿਸ ਕਿਸਮ ਦੇ ਅੰਕੜੇ ਹੁਣ ਸਾਰਾ ਕੁਝ ਸਾਹਮਣੇ ਆ ਰਿਹਾ, ਤੇ ਭਾਜਪਾ ਜਿੱਥੋਂ ਤੱਕ ਹੈਗਾ, ਚਾਹੇ ਉਹ ਕਿਸਾਨਾਂ ਦੀ ਹੁਣ ਗੱਲ ਮੰਨ ਰਹੇ ਨੇ ਚਾਹੇ ਕੁਛ ਹੈ, ਕਿਉਂਕਿ ਸਮਾਂ ਆਉਣ ਵਾਲੀਆਂ ਚੋਣਾਂ 'ਚ ਬਹੁਤ ਘੱਟ ਰਹਿ ਗਿਆ। ਤੇ ਇਹ ਉਹਨਾਂ ਚੋਣਾਂ 'ਚ ਵੀ ਬੇਸ਼ੱਕ ਉਹ ਮੰਗਾਂ ਮੰਨ ਲੈਣ ਜਾਂ ਕੁਛ ਕਰ ਲੈਣ, ਘੱਟੋ ਘੱਟ ਪੰਜਾਬ 'ਚ ਤਾਂ ਉਹਨਾਂ ਨੂੰ
ਇਹਦਾ ਨੁਕਸਾਨ ਹੋਏਗਾ ਹੁਣ ਤਾਂ ਹੋਇਆ ਹੀ ਹੈ, ਵੱਡੀ ਪੱਧਰ ਤੇ ਹੋਇਆ। ਸਵੈਤ ਸਾਹਿਬ ਇੱਕ ਗੱਲ ਬੜੀ ਸਮਝਣ ਵਾਲੀ ਹੈਗੀ ਹੈ, ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਤੁਸੀਂ ਬੜਾ ਦਲ ਬਲ ਵਰਤੋਂ ਕੀਤੀ ਹੈ, ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਹੈ, ਪਰ ਉਹਦੇ ਬਾਵਜੂਦ ਵੀ ਵਿਰੋਧੀ ਪਾਰਟੀਆਂ ਭਾਵੇਂ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਇੱਕਾ ਦੁੱਕਾ ਥਾਵਾਂ ਤੋਂ ਜਿੱਤਦੀਆਂ ਰਹੀਆਂ ਔਰ ਲੈ ਕੇ ਗਈਆਂ ਸੀਟਾਂ। ਫਿਰ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਫਿਕਰ ਵਾਲੀ ਗੱਲ ਹੈਗੀ ਤੁਹਾਡੀ ਪਾਰਟੀ ਲਈ, ਜੇਕਰ ਇਹਨਾਂ ਦੇ ਇਲਜ਼ਾਮ ਕਿਤੇ ਨਾ ਕਿਤੇ ਸਟੈਂਡ ਕਰਦੇ ਨੇ ਵੀ ਨਾ ਕੁਝ ਕਰਨ ਦੇ ਬਾਵਜੂਦ, ਇਹ ਕਹਿੰਦੇ ਨੇ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਅਸੀਂ ਜਿਹੜੀਆਂ ਸੀਟਾਂ ਲੈ ਗਏ ਸਾਡੇ ਲਈ ਤਾਂ ਉਹ ਵੀ ਬੜੀਆਂ ਸ਼ਾਬਾਸ਼ ਹੈ। ਦੇਖੋ ਆਪਾਂ ਧੱਕੇ ਬਾਰੇ ਤਾਂ ਬਹੁਤ ਗੱਲਾਂ ਕਰ ਚੁੱਕੇ ਨੇ, ਲੇਕਿਨ ਮੈਂ ਇਹ ਸਮਝਦਾ ਬੇਸ਼ੱਕ ਲੋਕਾਂ ਨੇ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਦਿੱਤਾ ਹੈ, ਲੇਕਿਨ ਸਾਡੀ ਜ਼ਿੰਮੇਵਾਰੀ ਹੋਰ ਵਧੀ ਹੈ। ਸਾਨੂੰ ਕੰਮ ਹੋਰ ਜ਼ਿਆਦਾ ਕਰਨੇ ਪੈਣਗੇ ਦੁਬਾਰਾ ਲੋਕਾਂ ਦਾ 2022 ਦੇ ਵਿੱਚ ਵਿਸ਼ਵਾਸ ਜਿੱਤਣ ਵਾਸਤੇ। ਬਹੁਤ ਕੰਮ ਕਰਨਾ ਪਏਗਾ ਤੇ ਖੁਸ਼ੀ ਆਪਣੇ ਥਾਂ ਜਿੱਤਣ ਦੀ, ਲੇਕਿਨ ਜਿਹੜੀ ਜ਼ਿੰਮੇਵਾਰੀ ਵੱਡੀ ਸਾਡੇ ਮੋਢਿਆਂ ਤੇ ਹੋਰ ਪਈ ਹੈਗੀ ਹੈ, ਉਹ ਅਹਿਸਾਸ ਸਾਨੂੰ ਬਿਲਕੁਲ ਹੈਗਾ। ਹਾਂ, ਇਹ ਵੀ ਗੱਲ ਬਿਲਕੁਲ ਠੀਕ ਹੈਗੀ ਹੈ। ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ ਨਾ ਜੀ ਕਿ ਵਿਰੋਧੀ ਪਾਰਟੀ ਜਿਹੜੀ ਮੁੱਖ ਵਿਰੋਧੀ ਪਾਰਟੀ ਕੌਣ, ਇਹਨਾਂ ਚੋਣਾਂ ਦੇ ਵਿੱਚ ਤਾਂ ਮੁੱਖ ਵਿਰੋਧੀ ਪਾਰਟੀ ਆਜ਼ਾਦ ਬਣੇ ਨੇ, ਨਾ ਅਕਾਲੀ ਦਲ ਬਣਿਆ ਹੈ, ਨਾ ਆਮ ਆਦਮੀ ਪਾਰਟੀ ਹੈ, ਭਾਜਪਾ ਤੱਕ ਬਹੁਤ ਦੂਰ ਹੈਗੀ ਹੈ। ਤੇ ਇਹ ਲੜਾਈ ਜਿਹੜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਮੈਨੂੰ ਲੱਗਦਾ 2022 ਦੇ ਵਿੱਚ ਵੀ ਮੁੱਖ ਵਿਰੋਧੀ ਪਾਰਟੀ ਕਿਹੜੀ ਬਣਦੀ ਹੈ ਇਹ ਜਾਰੀ ਰਹੇਗੀ। ਲੇਕਿਨ ਸਾਨੂੰ ਉਮੀਦ ਇਹ ਹੈਗੀ ਹੈ ਕਿ ਅਸੀਂ ਆਪਦੇ ਕੰਮਾਂ ਨਾਲ, ਲੋਕਾਂ ਦੇ ਪਿਆਰ ਨਾਲ 2022 ਦੇ ਵਿੱਚ ਦੁਬਾਰਾ ਵਿਸ਼ਵਾਸ ਜਿਹੜਾ ਹੈ ਲੋਕਾਂ ਦਾ ਫੇਰ ਜਿੱਤਾਂਗੇ ਜੀ। ਠੀਕ ਹੈ। ਇਹ ਇੱਕ ਮਿੰਟ, ਮੈਂ ਸਰੀਨ ਸਾਹਿਬ ਨੇ ਜਿਹੜੀ ਵੀਡੀਓ ਭੇਜੀ ਉਹ ਚਲਾ ਦੀ, ਨਹੀਂ ਤਾਂ ਕਹਿਣਗੇ ਚਲਾਈ ਕਿਉਂ ਨਹੀਂ। ਉਹ ਵੀਡੀਓ ਵੀ ਤੁਹਾਨੂੰ ਦਿਖਾ ਦਿੰਦੇ ਜਿਹੜੀ ਸਰੀਨ ਸਾਹਿਬ ਦਾਅਵਾ ਕਰਦੇ ਨੇ ਕਿ ਬੀਜੇਪੀ ਦੇ ਵਰਕਰਾਂ ਨਾਲ ਕਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਉਹ ਨਾ ਕੁੱਟੋ, ਉਹ ਨਾ ਕੁੱਟੋ। ਇਹ ਦੱਸ ਦਈਏ ਕਿ ਵੋਟਾਂ ਪਾਉਣ ਵਾਲੇ ਦਿਨ ਦੀ ਵੀਡੀਓ ਹੈਗੀ ਹੈ, ਜਦੋਂ ਵੋਟਾਂ ਪੈ ਰਹੀਆਂ ਸੀ ਉਦੋਂ ਦੀ ਇਹ ਵੀਡੀਓ ਹੈਗੀ ਹੈ ਔਰ ਬੀਜੇਪੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਕੁਝ ਲੋਕ ਨੇ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ। ਸਰੀਨ ਸਾਹਿਬ 30 ਸੈਕਿੰਡ ਨੇ ਸਰੀਨ ਸਾਹਿਬ 4 ਤੋਂ ਹਾਂ ਬੋਲੋ ਇਹ ਕੀ ਹੈ ਵੀਡੀਓ। ਜਦੋਂ ਬੂਥ ਲੁੱਟਿਆ ਗਿਆ ਉਹਦਾ ਵਿਰੋਧ ਕੀਤਾ ਤੇ ਇਹ ਕੀਤਾ ਹਰਪ੍ਰੀਤ ਜੀ ਇਹ ਉਸ਼ਾ ਸੱਭਰਵਾਲ ਜੀ ਵਾਰਡ ਨੰਬਰ 4 ਅਬੋਹਰ ਤੋਂ ਕੈਂਡੀਡੇਟ ਨੇ, ਜਦੋਂ ਉਹਨਾਂ ਨੇ ਬੂਥ ਲੁੱਟਣ ਦਾ ਵਿਰੋਧ ਕੀਤਾ ਤੇ ਉਦੋਂ ਇਹਨਾਂ ਨਾਲ ਕੁੱਟਮਾਰ ਕੀਤੀ ਗਈ। ਠੀਕ ਹੈ ਇੱਕ ਮਿੰਟ ਬਰਾੜ ਸਾਹਿਬ, ਚਰਨਜੀਤ ਸਿੰਘ ਜੀ, ਚਲੋ ਠੀਕ ਹੈ, ਬੀਜੇਪੀ ਦੇ ਨੂੰ ਖਮਿਆਜ਼ਾ ਭੁਗਤਣਾ ਪਿਆ, ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨ ਦੇ ਹੱਕਾਂ ਦੀ ਆਵਾਜ਼ ਬੁਲੰਦ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਬਕ ਵੀ ਸਿਖਾ ਦਿੱਤਾ, ਪਰ ਇਹ ਚੀਜ਼ਾਂ ਠੀਕ ਲੱਗਦੀਆਂ ਤੁਹਾਨੂੰ? ਆ ਜੋ ਕੁਝ ਹੋ ਰਿਹਾ ਵੀਡੀਓ ਦੇ ਜ਼ਰੀਏ, ਇਦਾਂ ਦੀਆਂ ਗੱਲਾਂ ਠੀਕ ਨੇ? ਇਸ ਗੱਲ ਦਾ ਤਾਂ ਅਸੀਂ ਤਿੰਨੋਂ ਪਾਰਟੀਆਂ ਨੇ ਰਲ ਕੇ ਪਹਿਲਾਂ ਹੀ ਇਹ ਗੱਲ ਕਹਿਤੀ ਹੈ ਕਿ ਇਹ ਜਿਹੜੀ ਖੁਸ਼ਫਹਿਮੀ ਕਾਂਗਰਸ ਦੇ ਵਿੱਚ ਹੋਈ ਜਾਂਦੀ ਹੈ, ਇਹ ਲੋਕਤੰਤਰ ਦੀ ਜਿੱਤ ਨਹੀਂ ਹੈ, ਡੰਡਾ ਤੰਤਰ ਦੀ ਜਿੱਤ ਹੈ। ਔਰ ਮੈਂ ਇੱਕ ਬੇਨਤੀ ਕਰਾਂ, ਵੋਟ ਪਰਸੈਂਟੇਜ ਦੇ ਮੁਤਾਬਕ ਕੱਢੋਗੇ ਜਦੋਂ 3 ਗੁਣਾ ਵੋਟ ਕਾਂਗਰਸ ਦੇ ਖਿਲਾਫ ਪਈ ਹੈ ਔਰ ਚੌਥਾ ਹਿੱਸਾ ਹੋ ਸਕਦਾ ਕਾਂਗਰਸ ਦੇ ਹੱਕ 'ਚ ਪਈ ਹੋਵੇ। ਇੱਕ ਗੱਲ, ਇਹ ਜਿੰਨਾ ਗੁੱਸਾ ਹੈ ਇਹ 2022 ਦੇ ਵਿੱਚ ਲੋਕ ਕੱਢਣਗੇ ਜਿਨ੍ਹਾਂ ਤੇ ਡੰਡਾ ਤੰਤਰ ਜਿਹੜਾ ਹੈਗਾ ਚਲਾਇਆ ਹੈਗਾ। ਔਰ ਖਾਸ ਕਰਕੇ ਮੈਂ ਚਲੋ ਸਰੀਨ ਸਾਹਿਬ ਦੀ ਗੱਲ ਨੂੰ ਅੱਗੇ ਵਧਾ ਦਿੰਦਾ, ਅਬੋਹਰ ਦੇ ਵਿੱਚ ਕਹਿੰਦੇ ਆ ਜੀ 49 ਸੀਟਾਂ ਅਸੀਂ ਜਿੱਤ ਲਈਆਂ, ਡੰਡਾ ਤੰਤਰ ਦੇ ਨਾਲ ਜਿੱਤ ਲਈਆਂ। ਫਿਰ ਇਹ ਪਤਾ ਲੱਗੂਗਾ ਕਿ ਹੁਣ ਜਾਖੜ ਸਾਹਿਬ ਇਹਦਾ ਮਤਲਬ ਵਾਪਸ ਅਬੋਹਰ ਆਉਣਗੇ ਕਿ ਹਲੇ ਪਠਾਨਕੋਟ ਤੋਂ ਗਾਂ ਕੋਈ ਹੁਣ ਜੰਮੂ ਕਸ਼ਮੀਰ 'ਚ ਸੀਟ ਭਾਲਣਗੇ। ਇਸ ਕਰਕੇ ਜੇ ਲੋਕਾਂ ਤੇ ਇੰਨਾ ਭਰੋਸਾ ਹੈ, ਜੇ ਲੋਕਾਂ ਦੇ ਕੀਤੇ ਹੋਏ ਕੰਮਾਂ ਤੇ ਭਰੋਸਾ ਹੋਵੇ ਕਿ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤੁਸੀਂ ਵਾਅਦੇ ਕੀਤੇ ਸੀ, ਭ੍ਰਿਸ਼ਟਾਚਾਰ ਚਰਮ ਸੀਮਾ ਤੇ, ਗੁੰਡਾਗਰਦੀ ਚਰਮ ਸੀਮਾ ਤੇ, 125 ਬੰਦਾ ਮਰ ਜੇ ਕੋਈ ਤੁਹਾਡਾ ਪਰਚਾ ਦਰਜ ਨਹੀਂ, ਤੁਹਾਡੇ ਕਪੜੇ, ਰੇਤਾ ਕਪੜਾ, ਸ਼ਰਾਬ ਦਾ ਕਪੜਾ, ਤੁਹਾਡਾ ਇਹਦਾ ਸਕਾਲਰਸ਼ਿਪ ਦਾ ਕਪੜਾ, ਕਿਹੜੇ ਕਪੜੇ ਆ ਜਿਹੜੇ ਲੋਕ ਤਾਂ ਮੁੱਠੀਆਂ ਥੱਕੀ ਬੈਠੇ ਆ। ਤੇ ਪਤਾ ਲੱਗੂਗਾ 2022 ਚ ਜਦੋਂ ਆਜ਼ਾਦਾਨਾ ਤੌਰ ਤੇ ਇਲੈਕਸ਼ਨ ਹੋਇਆ, ਇਹ ਤਾਂ ਤੁਹਾਡੇ ਡੰਡਾ ਤੰਤਰ ਥੱਲੇ। ਔਰ ਇਲੈਕਸ਼ਨ ਕਮਿਸ਼ਨ ਪੰਜਾਬ ਜਿਹੜਾ ਉਹ ਕਾਂਗਰਸ ਦੇ ਦਫ਼ਤਰ ਵਾਂਗ ਚੱਲ ਰਿਹਾ ਸੀ, ਕੋਈ ਕਿਸੇ ਦੀ ਸੁਣਵਾਈ ਨਹੀਂ ਕੀਤੀ। ਮਿੱਤਲ ਸਾਹਿਬ, ਜਲਦੀ ਦੇ ਵਿੱਚ ਇੱਕ ਜਵਾਬ ਦਿਓ, ਤੁਹਾਨੂੰ ਨਹੀਂ ਲੱਗਦਾ ਕਿ ਘੱਟੋ ਘੱਟ ਕਾਂਗਰਸ ਦੇ ਬੁਲਾਰੇ ਹੋਣ, ਮੰਤਰੀ ਹੋਣ, ਵਿਧਾਇਕ ਹੋਣ, ਉਹਨਾਂ ਨੂੰ ਕਹਿਣ ਲਈ ਗੱਲ ਮਿਲ ਜਾਂਦੀ ਹੈ ਕਿ ਦੇਖੋ ਜੇ ਅਸੀਂ ਮਾੜੇ ਹੁੰਦੇ, ਸਾਡੀ ਸਰਕਾਰ ਮਾੜੀ ਹੁੰਦੀ, ਜੇ ਆ ਸਾਡਾ ਪ੍ਰਸ਼ਾਸਨ ਮਾੜਾ ਹੁੰਦਾ ਤਾਂ ਅਸੀਂ ਚੋਣਾਂ ਥੋੜੀ ਜਿੱਤੇ। ਇੱਕ ਕਸੌਟੀ ਹੁੰਦੀ ਹੈ ਨਾ ਕਿ ਤੁਹਾਡੀ ਸਰਕਾਰ ਠੀਕ ਹੈ ਜਾਂ ਮਾੜੀ ਹੈ ਜਾਂ ਕੀ ਹੈ, ਉਹ ਕਸੌਟੀ ਹੁੰਦੀ ਹੈ ਵੋਟਾਂ। ਇਹ ਕਹਿੰਦੇ ਵੋਟਾਂ ਸਾਨੂੰ ਹਾਲੇ ਵੀ ਪੈ ਰਹੀਆਂ, ਇਹਦਾ ਮਤਲਬ ਕਿ ਅਸੀਂ ਚੰਗੇ ਕੰਮ ਕਰ ਰਹੇ ਹਾਂ। ਨਹੀਂ, ਇਹ ਤਾਂ ਪੂਰਾ ਹਿੰਦੁਸਤਾਨ ਹਾਰ ਗਿਆ ਤਾਂ ਵੀ ਕਹਿੰਦੇ ਅਸੀਂ ਚੰਗੇ ਕੰਮ ਕੀਤੇ ਸੀ। ਕਾਂਗਰਸ ਦਾ ਤੁਸੀਂ ਕੁਝ ਨਹੀਂ ਕਰ ਸਕਦੇ। ਇਹਨਾਂ ਦੇ ਸਾਰੇ ਲੀਡਰ ਕਹਿੰਦੇ ਜੀ ਅਸੀਂ ਤਾਂ ਬਹੁਤ ਚੰਗਾ, ਅਸੀਂ ਤਾਂ ਡਿਵੈਲਪਮੈਂਟ ਕੀਤੀ, ਅਸੀਂ ਆਰਟੀਆਈ ਐਕਟ ਲੈ ਕੇ ਆਏ, ਅਸੀਂ ਰਾਈਟ ਟੂ ਐਜੂਕੇਸ਼ਨ ਐਕਟ ਸੈਂਟਰ ਦੇ ਵਿੱਚ ਲੈ ਕੇ ਆਏ, ਅਸੀਂ 2G ਲੈ ਕੇ ਆਏ, ਹਾਲਾਂਕਿ ਉਹ ਸਕੈਮ ਸੀਗਾ, ਫਿਰ ਵੀ ਇਹ ਉਹਦੇ ਗੁਣ ਗਾਉਂਦੇ ਨੇਗੇ। ਇਹ ਪੂਰਾ ਹਿੰਦੁਸਤਾਨ ਹਾਰ ਗਏ ਤਾਂ ਵੀ ਕਹਿੰਦੇ ਨੇ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਵਧੀਆ ਪ੍ਰਸ਼ਾਸਨ ਦਿੱਤਾ। ਮਤਲਬ ਜਿੱਥੋਂ ਤੱਕ ਜਿਹੜੀ ਗੱਲ ਤੁਸੀਂ ਪੰਜਾਬ ਦੀ ਅਗਰ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਮੈਨੂੰ ਦੱਸੋ ਵੀ ਕਾਂਗਰਸ ਨੇ ਕਦੋਂ ਵਿਕਾਸ ਦੇ ਮੁੱਦਿਆਂ ਤੇ ਆ ਕੇ ਚੋਣ ਲੜੀ ਆ? ਜਿਹੜੇ 4 ਸਾਲ ਦੇ ਵਿੱਚ ਅਗਰ ਇਹਨਾਂ ਨੇ ਡਿਲੀਵਰੀ ਜਿਹੜੀ ਦਿੱਤੀ ਆ ਉਹਦੀ ਕੋਈ ਗੱਲ ਕੀਤੀ ਹੈ ਇਹਨਾਂ ਨੇ? ਕਿਸੇ ਮੰਤਰੀ ਨੇ ਗੱਲ ਕੀਤੀ ਹੈ ਕਿ ਕੋਈ ਵੀ ਕੰਮ ਹੋਇਆ ਪੰਜਾਬ ਦੇ ਅੰਦਰ?
ਕੋਈ ਸਮਾਰਟਫੋਨ ਕਿੱਥੇ ਗਏ, ਘਰ ਨੌਕਰੀ ਦਾ ਵਾਅਦਾ ਕਿੱਥੇ ਗਿਆ, ਕਰਜ਼ਾ ਮਾਫੀ ਜਿਹੜੇ ਕਿਸਾਨ ਦੇ ਘਰ ਜਾ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਕਿਸਾਨ ਦਾ ਕਰਜ਼ਾ ਹਜੇ ਤੱਕ ਮਾਫ ਨਹੀਂ ਹੋਇਆ। ਮਤਲਬ ਕਿਹੜੀਆਂ ਗੱਲਾਂ ਕਰਦੇ ਨੇ, ਝੂਠ ਦਾ ਪਲੰਦਾ। ਮੈਂ ਕਹਾਂ ਕਿ ਪੰਜਾਬ ਪੁਲਿਸ ਜਿੱਤੀ ਆ ਤਾਂ ਇਹਦੇ ਵਿੱਚ ਕੋਈ ਕਥਨ ਨਹੀਂ ਹੈ, ਤਾਂ ਇਹਦੇ ਵਿੱਚ ਕੋਈ ਝੂਠ ਨਹੀਂ ਹੈ। ਪੰਜਾਬ ਪੁਲਿਸ ਜਿੱਤੀ ਹੈ ਚੋਣਾਂ, ਕਾਂਗਰਸ ਪਾਰਟੀ ਨਹੀਂ ਜਿੱਤੀ, ਕਾਂਗਰਸ ਸਰਕਾਰ ਨਹੀਂ ਜਿੱਤੀ, ਸਿਰਫ ਔਰ ਸਿਰਫ ਪੰਜਾਬ ਪੁਲਿਸ ਜਿੱਤੀ ਹੈ। ਔਰ ਇਸ ਜਦੋਂ ਚੋਣ ਨਤੀਜੇ ਆਏ ਨੇ, ਚੋਣ ਨਤੀਜਿਆਂ ਨੇ ਬੜੀਆਂ ਇੰਟਰਸਟਿੰਗ ਵੀਡੀਓਜ਼ ਵੀ ਲਿਆ ਕੇ ਖੜੀਆਂ ਕਰ ਦਿੱਤੀਆਂ। ਬੜੇ ਸਾਰੇ ਲੋਕ ਇਹ ਦਾਅਵਾ ਕਰਦੇ ਸੀ ਕਿ ਸਾਡੇ ਘਰ ਦੀਆਂ 6 ਵੋਟਾਂ ਸੀਗੀਆਂ, 6 ਦੇ ਵਿੱਚੋਂ ਸਾਨੂੰ 3 ਮਿਲੀਆਂ। ਬੀਜੇਪੀ ਦੇ ਇੱਕ ਕੈਂਡੀਡੇਟ ਨੇ, ਉਹਨਾਂ ਨੇ ਵੀ ਕਿਹਾ ਕਿ ਮੇਰੀਆਂ 9 ਵੋਟਾਂ ਸੀ, 9 ਦੇ ਵਿੱਚੋਂ ਮੈਨੂੰ ਹੀ 3 ਮਿਲੀਆਂ। ਤੇ ਇਹਦਾ ਸਿੱਧਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਘਪਲੇਬਾਜ਼ੀ ਹੈ, ਨਹੀਂ ਹੈ ਤਾਂ ਹੋਰ ਕੀ ਹੈ। ਕੁਝ ਵੀਡੀਓ ਸਾਡੇ ਕੋਲ ਵੀ ਆਈਆਂ ਨੇ, ਤੁਹਾਨੂੰ ਦਿਖਾਉਂਦੇ ਹਾਂ। ਕਾਂਗਰਸ ਪਾਰਟੀ ਨੇ ਬੜਾ ਧੋਖਾ ਕੀਤਾ ਸਾਡੇ ਨਾਲ। ਸਾਡੇ ਘਰ ਦੀਆਂ ਵੋਟਾਂ 15-20 ਆ, ਜਿਹਦੇ ਵਿੱਚੋਂ 9 ਨਿਕਲੀਆਂ। ਸਾਡੀ ਗਲੀ ਨੇ ਸੋਹਾ ਖਾ ਕੇ ਸਾਰੀਆਂ ਨੇ ਗਲੀਆਂ ਨੇ ਵੋਟਾਂ ਪਾਈਆਂ, ਉਹਦੇ ਵਿੱਚ ਕੱਖ ਨਹੀਂ ਨਿਕਲਿਆ। 21 ਚ ਵੀ ਕੱਖ ਨਹੀਂ ਨਿਕਲਿਆ, 22 ਚ ਵੀ ਕੱਖ ਨਹੀਂ ਨਿਕਲਿਆ। ਸਿੱਧੀਆਂ ਮਸ਼ੀਨਾਂ ਪਾੜੇ ਦੇ ਘਰ ਗਈਆਂ। ਸਾਡੇ ਸਿਆਣੀ ਰਲੇ, ਇਹਨਾਂ ਨੇ ਸਿਆਣ ਤੋੜ ਕੇ ਸਾਡੀਆਂ ਸਾਰੀਆਂ ਕੀਤੀਆਂ। 4500 ਵੋਟ ਕਦੇ 2-3 ਵੋਟਾਂ ਮੈਨੂੰ ਪੈਣੀਆਂ। ਮੇਰੀ ਪਹਿਲਾਂ ਗੱਲ ਸੁਣੋ, ਮਤਲਬ ਕਿ ਡੋਂਟ ਆਸਕ ਅਨਨੈਸੈਸਰੀ ਆਰਗੂਮੈਂਟਸ ਟੂ ਐਨੀਬੋਡੀ। ਲੋਕੀ ਗਲਤ ਮਤ ਕੁਐਸਚਨ ਪੁੱਛਿਆ, ਟੂ ਦੀ ਪੁਆਇੰਟ ਗੱਲ ਕਰਨੀ ਚਾਹੀਦੀ ਹੈ। ਲਿਸਨ ਟੂ ਮੀ ਐਂਡ ਕਮ ਟੂ ਦੀ ਪੁਆਇੰਟ। ਯੂ ਸ਼ੁਡ ਅਕੋਮੋਡੇਟ। ਕੀ ਕਹਿਣਾ ਚਾਹੁੰਦੇ ਹੋ, ਸਾਡੀ 3 ਵੋਟਾਂ ਨੇ ਕੀ ਗੱਲ ਹੇਰਾਫੇਰੀ ਹੋਈ ਕੋਈ? ਹਾਂ ਬਿਲਕੁਲ ਹੇਰਾਫੇਰੀ ਹੋਈ ਹੈ, ਬੋਗਸ ਕੰਮ ਹੈ, ਸੱਚਾਈ ਹੈ ਨਹੀਂ। ਮੇਰੀ ਇੰਨੀ ਪੋਲਿੰਗ ਮਤਲਬ ਕਿ 4500 ਵੋਟ ਕਦੇ 2-3 ਵੋਟਾਂ ਮੈਨੂੰ ਪੈਣੀਆਂ। ਕੇਕ ਦੇ ਨਿਸ਼ਾਨ ਤੇ ਮੈਂ ਕੇਕ ਦਾ ਨਿਸ਼ਾਨ ਆਪੇ ਸਿਲੈਕਟ ਕੀਤਾ ਤੇ ਦੁਨੀਆ ਮੇਰੇ ਨਾਲ ਸੀ। ਆਟੋਮੈਟਿਕਲੀ ਅੰਡਰਸਟੂਡ ਸੀ, ਦੁਨੀਆ ਜਾਣਦੀ ਸੀ ਮੈਨੂੰ, ਤੇ ਲੋਕੀ ਕਹਿੰਦੇ ਤੁਹਾਨੂੰ ਜਿਤਾਣਾ ਹੈ। ਸੋ ਘੋੜੀ ਤੇ ਚੜਾ ਕੇ ਲੋਕਾਂ ਨੇ ਇਹਨਾਂ ਨੂੰ ਨਾਮਜ਼ਦਗੀ ਦਾਖਲ ਕੀਤੀ ਤੇ ਵੋਟਾਂ ਪਾਉਣ ਵਾਲੇ ਪਤਾ ਨਹੀਂ ਘੋੜੀ ਤੇ ਚੜਾਉਣ ਵਾਲੇ ਲੋਕ ਕਿੱਥੇ ਚਲੇ ਗਏ। 3 ਵੋਟਾਂ ਇਹਨਾਂ ਨੂੰ ਪਈਆਂ ਨੇ। ਅਜਿਹੀਆਂ ਦਿਲਚਸਪ ਤਸਵੀਰਾਂ ਵੀ ਬੜੀਆਂ ਸਾਹਮਣੇ ਆਉਂਦੀ ਰਹੀਆਂ। ਜਾਂਦੇ ਸਾਧੂ ਸਿੰਘ ਬਰਾੜ ਸਾਹਿਬ, ਇੱਕ ਲਾਸਟ ਕਮੈਂਟ ਮੈਂ ਤੁਹਾਡੇ ਤੋਂ ਲਵਾਂਗਾ। ਜਿਹੜੀ ਗੱਲ ਮੈਂ ਇਹ ਕਹੀ ਹੈ ਕਿ 2022 ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਮੁੱਦੇ ਵੱਖੋ ਵੱਖਰੇ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਹੁੰਦੀਆਂ ਨੇ, ਪਰ ਘੱਟੋ ਘੱਟ ਕੋਈ ਵੀ ਚੋਣ ਜਿਹੜੀ ਵੱਡੀ ਚੋਣ ਤੋਂ ਪਹਿਲਾਂ ਹੁੰਦੀ ਹੈ, ਉਹ ਪਾਰਟੀਆਂ ਨੂੰ ਕੁਝ ਸਬਕ ਤਾਂ ਜ਼ਰੂਰ ਦੇ ਕੇ ਜਾਂਦੀ ਹੈ। ਘੱਟੋ ਘੱਟ ਪਬਲਿਕਲੀ ਨਾ ਸਹੀ, ਅੰਦਰ ਖਾਤੇ ਦਾ ਬੈਠ ਕੇ ਸੋਚਦੇ ਹੀ ਹੋਣੇ ਆ ਕਿ ਕਿਹੜੀ ਵੋਟ ਕਿੱਥੋਂ ਮਿਲੀ ਹੈ, ਉਹਦਾ ਮੁਲਾਂਕਣ ਤਾਂ ਕਰਦੇ ਹੀ ਹੋਣੇ। ਦੇਖੋ ਜੀ, ਉਹ ਜਿਹੜੇ ਕਾਂਗਰਸ ਪਾਰਟੀ ਦੇ ਹੁਣ ਕਹਿ ਰਹੇ ਨਾ ਵੀ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਹੁਣ ਉਹਨਾਂ ਨੂੰ ਕੋਈ ਨਵਾਂ ਕਾਂਡ ਲੱਭਣਾ ਪਊਗਾ। ਇੱਕ ਤਾਂ ਹੈ ਵੀ ਅਕਾਲੀ ਦਲ ਮੁਕਾਬਲੇ 'ਚ ਹੁਣ ਆਏਗਾ ਜਿਹੜੀਆਂ ਅਗਲੀਆਂ ਚੋਣਾਂ ਹੈਗੀਆਂ। ਅੱਜ ਦੀ ਡੇਟ 'ਚ ਤਾਂ ਇਹੋ ਕੁਝ ਲੱਗਦਾ, ਜੇ ਕੋਈ ਵੱਖਰਾ ਕਾਂਡ ਨਾ, ਕਿਉਂਕਿ ਸਰਕਾਰ ਉਹਨਾਂ ਦੀ ਹੈ ਤੇ ਉਹ ਜੋ ਮਰਜ਼ੀ ਹੋ ਸਕਦਾ, ਕੁਛ ਨਾ ਕੁਛ ਵੀ ਹੋ ਸਕਦਾ। ਪਰ ਇਹ ਆ ਵੀ ਹੁਣ ਜਿਹੜਾ ਮੁਕਾਬਲਾ 2 ਪਾਰਟੀਆਂ 'ਚ ਅਗਲਾ ਇਹ ਅੱਜ ਦੀ ਡੇਟ 'ਚ ਹੋ ਲੱਗਦਾ ਵੀ ਹੋਏਗਾ। ਚਲੋ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਚੋਣ ਨਤੀਜੇ ਜਿਵੇਂ ਦੇ ਮਰਜ਼ੀ ਆਏ ਹੋਣ, ਵਿਰੋਧੀ ਧਿਰਾਂ ਤਾਂ ਪਹਿਲਾਂ ਹੀ ਕਹਿ ਰਹੀਆਂ ਸੀ ਕਿ ਧੱਕਾ ਹੋਇਆ। ਕੁਝ ਥਾਵਾਂ ਤੇ ਬੜੀਆਂ ਸਾਰੀਆਂ ਵੀਡੀਓਜ਼ ਵਾਇਰਲ ਵੀ ਹੋਈਆਂ ਜਿੱਥੇ ਧੱਕਾ ਹੁੰਦਾ ਦਿਖਾਈ ਵੀ ਦਿੱਤਾ ਹੈ। ਨਾਮਜ਼ਦਗੀਆਂ ਭਰਨ ਨਹੀਂ ਦਿੱਤੀਆਂ ਗਈਆਂ। ਆਮ ਆਦਮੀ ਪਾਰਟੀ ਦੇ ਨਾਮਜ਼ਦਗੀ ਦੇ ਜਿਹੜੇ ਪੱਤਰ ਨੇ, ਕਾਗਜ਼ ਪੱਤਰ ਨੇ, ਉਹ ਫਾੜ ਦਿੱਤੇ ਗਏ, ਗੋਲੀ ਚੱਲ ਗਈ, ਬੰਦੇ ਵੀ ਮਰ ਗਏ। ਘੱਟੋ ਘੱਟ ਅਜਿਹਾ ਨਹੀਂ ਹੋਣਾ ਚਾਹੀਦਾ। ਵੋਟਾਂ ਜਿਹੜੀਆਂ ਮਰਜ਼ੀ ਜਿੱਤੇ, ਚੋਣਾਂ ਜਿਹੜਾ ਮਰਜ਼ੀ ਜਿੱਤੇ, ਘੱਟੋ ਘੱਟ ਲੋਕਾਂ ਦਾ ਨੁਕਸਾਨ, ਜਾਨੀ ਨੁਕਸਾਨ ਨਾ ਕਰੀਏ ਤਾਂ ਬਿਹਤਰ ਰਹੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।